बोले सोने हाल सासरी अकाल। ਤੇ ਬੈਸਟ ਹੈਗਾ ਮੇਰੇ ਗੈਸਟ ਨੂੰ ਅਸੀਂ ਗੱਲ ਕਰਦੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਨੂੰ ਉਹਨਾਂ ਦਾ ਸਵਾਗਤ ਕਰਕੇ ਇੱਕ ਸ਼ੋਅ ਅੱਗੇ ਲੈ ਕੇ ਜਾਣਾ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਂ ਜਿੱਦਾਂ ਗੱਲ ਕਹਿ ਕੇ ਮੈਂ ਗਲਤ ਥੋੜ੍ਹਾ ਹੈਗਾ, ਮੈਂ ਦੱਸ ਦੇਵਾਂ ਤੁਸੀਂ ਪਿੱਛੇ ਦੇਖ ਲਿਆ ਅਲਕੋਹਲ ਐਡਿਕਸ਼ਨ ਦੀ ਗੱਲ ਕਰਨੀ ਅਸੀਂ, ਇਹ ਬਹਾਨਾ ਹੁੰਦਾ ਸਾਨੂੰ ਜ਼ਿਆਦਾ ਖੁਸ਼ੀ ਹੋਵੇ ਅਸੀਂ ਤਾਂ ਪੀਦੀ ਹੈ, ਜੇ ਗਮੀ ਹੁੰਦੀ ਤਾਂ ਪੀਦੀ ਹੈ। ਗੱਲ ਤਾਂ ਠੀਕ ਹੈ। ਮੈਨੂੰ ਦੱਸੋ ਰੀਅਲੀ ਜਿਹੜਾ ਦਿਸ ਇਜ਼ ਅਸੀਂ ਸੋਚਦੇ ਨਹੀਂ ਵੈਰੀ ਫਨੀ ਦੋਨੇ ਜਗ੍ਹਾ ਦੇ ਉੱਪਰ ਕੰਮ ਕਰਦਾ ਹੈ। ਦੋਨਾਂ ਹੀ ਜਗ੍ਹਾ 'ਤੇ ਕੰਮ ਕਰਦਾ ਜੀ। ਇਹਦਾ ਲਿੰਕ ਬੜਾ ਪੁਰਾਣਾ ਹੈ ਇਸ ਗੱਲ ਦਾਰੂ ਦਾ ਸਾਡੇ ਨਾਲ। ਸੋ ਲੋਕੀ ਖੁਸ਼ੀ 'ਚ ਵੀ ਪੀ ਲੈਂਦੇ ਨੇ, ਗਮੀ 'ਚ ਵੀ ਪੀ ਲੈਂਦੇ ਨੇ, ਸੈਲੀਬ੍ਰੇਟ ਕਰਨ 'ਚ ਵੀ ਪੀ ਲੈਂਦੇ ਨੇ, ਸਭ ਹਰ ਵੇਲੇ ਚੱਲਦੀ ਹੈ। ਮੈਨੂੰ ਲੱਗਦਾ ਫੂਡ ਦੇ ਵਿੱਚੋਂ ਡਰਿੰਕਾਂ ਦੇ ਵਿੱਚੋਂ ਇੱਕ ਇਹੀ ਆਈਟਮ ਹੈ ਜਿਹੜਾ ਦੋਨੀ ਜਗ੍ਹਾ ਤੇ ਕੰਮ ਆਉਂਦਾ ਹੈ। ਇਹ ਗੱਲ ਤੁਹਾਡੀ ਠੀਕ ਹੈ ਵੈਸੇ। ਸਹੀ ਹੈ ਨਾ ਕਿ ਨਹੀਂ? ਹਾਂ, ਮੇਰੇ ਬੈਠੇ ਦਿਮਾਗ 'ਚ ਗੱਲ ਆਈ, ਮੈਂ ਕਿਹਾ ਯਾਰ ਬੜੀ ਫਨੀ ਗੱਲ ਹੈ, ਬੰਦੇ ਦੇ ਘਰ ਕੋਈ ਅਫਸੋਸ ਗਲਤ ਗੱਲ ਹੁੰਦੀ ਹੈ, ਉਹ ਇੱਦਾਂ ਦੀ ਚੀਜ਼ਾਂ ਨਹੀਂ ਪਕਵਾਨ ਬਣਾਉਂਦੇ, ਉਹ ਸਿੱਧਾ ਸਾਦਾ ਜਿਹਾ ਕਰਦੇ ਨੇ। ਜਦੋਂ ਖੁਸ਼ੀ ਹੁੰਦੀ ਹੈ ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਨੇ, ਤੇ ਇਹ ਤੇ ਜਦੋਂ ਮਰਜ਼ੀ ਖੁਸ਼ੀ ਹੋਵੇ ਬਿਮਾਰ ਹਰ ਜਗ੍ਹਾ ਤੇ ਟਿਕ ਜਾਂਦਾ ਜਾ ਕੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਦੇਖੋ ਕਈ ਲੋਕ ਹੁਣ ਤਾਂ ਇੱਥੇ ਇੰਗਲੈਂਡ ਵਿੱਚ ਤਾਂ ਕਲੱਬ ਕਲਚਰ ਕਾਫੀ ਚਾਲੂ ਹੋ ਗਿਆ, ਜਿੱਥੇ ਭੰਗੜੇ ਭੁੰਗੜੇ ਪੈਂਦੇ ਨੇ ਉੱਥੇ ਲੋਕੀ ਚਲੇ ਜਾਂਦੇ ਨੇ, ਉੱਥੇ ਪੀਂਦੇ ਨੇ। ਘਰ ਪਈ ਹੁੰਦੀ ਹੈ ਉੱਥੇ ਪੀ ਲੈਂਦੇ ਨੇ, ਜਾਂ ਆਪਣੇ ਕਈ ਲੋਕੀ ਪਿੰਡਾਂ 'ਚ ਤਾਂ ਲੋਕੀ ਕਹਿੰਦੇ ਸੀ ਥੋੜ੍ਹੀ ਪੀ ਲਓ ਤੇ ਰਾਤੀ ਨੀਂਦ ਚੰਗੀ ਆ ਜਾਏਗੀ, ਤਾਂ ਉਹ ਉੱਦਾਂ ਵੀ ਗੱਲਾਂ ਹੁੰਦੀਆਂ ਨੇ। ਅਸੀਂ ਗੱਲ ਹਰ ਜਗ੍ਹਾ ਹੀ ਚੱਲਦੀ ਹੈ। ਬੜਾ ਇੰਟਰਸਟਿੰਗ ਹੋ ਗਿਆ ਜਿੱਦਾਂ ਥੋੜ੍ਹੀ ਬਹੁਤੀ ਗੱਲ ਹਿੰਟ ਦਿੱਤੀ ਹੈ। ਅਸੀਂ ਕਿਉਂਕਿ ਥੋੜ੍ਹਾ ਸੀਰੀਅਸ ਗੱਲ ਕਰਾਂਗੇ, ਥੋੜ੍ਹਾ ਸੌਫਟ ਹਾਰਟਡ ਵੀ ਰੱਖਾਂਗੇ ਪ੍ਰੋਗਰਾਮ, ਤਾਂ ਕਿ ਤੁਸੀਂ ਸਾਰਾ ਇੰਜੋਏ ਕਰੋ। ਮੈਂ ਥੋੜ੍ਹਾ ਜਿਹਾ ਇੱਕ ਜੋਕ ਦੱਸ ਦੇਵਾਂ ਤੁਹਾਨੂੰ ਐਡਿਕਸ਼ਨ ਦੀ ਗੱਲ ਕਰਨ ਨਾਲ। ਆਮ ਸ਼ੋਰ ਤੁਸੀਂ ਸ਼ਾਇਦ ਉਹ ਲਾਈਕ ਕਰੋਗੇ। ਭਾਜੀ ਇੱਕ ਬੰਦੇ ਹੁੰਦੇ, ਦੋ ਫਰੈਂਡ ਹੁੰਦੇ, ਬੜੇ ਅੱਛੇ ਫਰੈਂਡ ਹੁੰਦੇ ਨੇ, ਅਤੇ ਉਹ ਇਕੱਠੇ ਬੈਠ ਕੇ ਦਾਰੂ ਪੀਂਦੇ ਹਮੇਸ਼ਾ, ਬੜੀ ਦੋਸਤੀ ਉਹਨਾਂ ਦੀ। ਅਤੇ ਉਦੋਂ ਬੰਦੇ ਦੂਜੇ ਦੇਖਦੇ ਹੁੰਦੇ, ਯਾਰ ਦੇਖ ਲਾ ਹਮੇਸ਼ਾ ਇਕੱਠੇ ਹੁੰਦੇ ਨੇ। ਅਤੇ ਥੋੜ੍ਹੀ ਦੇਰ ਹੁੰਦੀ ਹੈ ਨਾ, ਅਤੇ ਉਹ ਬੰਦਾ ਇੱਕ ਗਲਾਸ ਲੈ ਕੇ ਬੈਠਾ ਹੁੰਦਾ, ਅਤੇ ਨਹੀਂ ਪਹਿਲਾਂ ਉਹਨੇ ਦੋ ਲੈ ਕੇ ਬੈਠਾ, ਪਹਿਲਾਂ ਇੱਕ ਬੰਦਾ ਦੋ ਲੈ ਕੇ ਬੈਠਦਾ ਹੁੰਦਾ ਸੀਗਾ, ਅਤੇ ਉਹ ਕਹਿੰਦਾ ਯਾਰ ਤੂੰ ਦੋ ਗਲਾਸ, ਕਹਿੰਦਾ ਮੇਰਾ ਦੋਸਤ ਉਹ ਵਿਚਾਰਾ ਪੂਰਾ ਹੋ ਗਿਆ, ਇੱਕ ਉਹਦੀ ਯਾਦ ਦਾ ਅਤੇ ਇੱਕ ਮੈਂ ਆਪਣਾ ਗਲਾਸ ਪੀਣਾ ਹੈ। ਅੱਛਾ, ਉਹ ਦੇਖੋ ਜਿਹੜੀ ਭਾਂਡੇ ਦੀ ਗੱਲ ਹੁੰਦੀ ਹੈ। ਅਤੇ ਉਹ ਥੋੜ੍ਹੀ ਦੇਰ ਹੋਈ ਫਿਰ ਉਹ ਇਕੱਲਾ ਇੱਕ ਗਲਾਸ ਲੈ ਕੇ ਬੈਠਾ ਹੋਇਆ, ਅਤੇ ਮੇਰੇ ਵਰਗਾ ਬੰਦਾ ਕਹਿੰਦਾ ਯਾਰ ਤੇਰੀ ਯਾਰੀ ਦੋਸਤੀ ਟੁੱਟ ਗਈ, ਤੇਰਾ ਇੰਨਾ ਪਿਆਰ ਮੁਹੱਬਤ ਸੀਗਾ। ਕਹਿੰਦਾ ਨਹੀਂ ਮੈਂ ਪੀਣੀ ਛੱਡ ਦਿੱਤੀ ਹੈ, ਮੇਰੇ ਦੋਸਤ ਦੇ ਬਰਾਬਰ ਪੀਂਦਾ। ਉਹ ਹਾਲੀ ਵੀ ਪੀਂਦਾ, ਉਹ ਵੀ ਪੀਂਦਾ। ਸੋ ਇਹ ਜਿਹੜੀ ਸ਼ਰਾਬ ਹੈਗੀ ਆ ਭਾਜੀ ਬਹਾਨਾ ਹੀ ਹੈ ਕਿਸੇ ਨਾ ਕਿਸੇ। ਪਹਿਲਾਂ ਮੈਂ ਤੁਹਾਨੂੰ ਚਾਹਾਂਗਾ, ਅਸੀਂ ਉੱਥੋਂ ਸਟਾਰਟ ਕਰਦੇ ਹਾਂ, ਜਿਹੜੇ ਲੋਕ ਸੋਸ਼ਲੀ ਪੀਂਦੇ ਨੇ, ਰੋਜ਼ ਪੀਂਦੇ ਨੇ, ਜਾਂ ਕੋਈ ਜ਼ਿਆਦਾ ਡਰੰਕ ਹੁੰਦੇ ਨੇ, ਇਹ ਐਡਿਕਸ਼ਨ ਹੈਗੇ। ਵਾਟ ਇਜ਼ ਐਡਿਕਸ਼ਨ? ਭਾਜੀ ਐਡਿਕਸ਼ਨ ਹੁੰਦੀ ਹੈ ਜਿਹੜੀ ਚੀਜ਼ ਕੰਪਲਸਿਵਲੀ ਕਰੋ ਨਾ, ਮਤਲਬ ਜ਼ਬਰਦਸਤੀ ਹੁੰਦੀ ਕਿ ਕਰਨੀ ਹੈ ਉਹਨੂੰ। ਹੁਣ ਦੇਖੋ ਆਦਤਾਂ ਹੁੰਦੀਆਂ ਨੇ, ਅਸੀਂ ਸਵੇਰੇ ਕਈ ਦਾਤਨ ਕਰਦੇ ਨੇ, ਕੋਈ ਬਰੱਸ਼ ਕਰਦੇ ਨੇ ਟੀਥ, ਕੋਈ ਕੱਪੜੇ ਪਾਉਂਦੇ ਨੇ, ਕੋਈ ਦੀ ਰੂਟੀਨ ਹੁੰਦੀ ਤੁਹਾਡੀ, ਸਵੇਰੇ ਪਾਠ ਕਰਦੇ ਨੇ, ਉਹਨਾਂ ਦੀ ਸਾਰਿਆਂ ਦੀ ਰੂਟੀਨ ਬੜੀ ਹੁੰਦੀ ਹੈ। ਇਹ ਹੁੰਦੀ ਹੈ ਹੈਬਿਟ ਨਾਲੋਂ ਐਡਿਕਸ਼ਨ ਅਲੱਗ ਹੁੰਦੀ ਹੈ। ਵੀ ਹੈਬਿਟ ਤੁਸੀਂ ਭੁੱਲ ਜਾਓ ਤਾਂ ਕੋਈ ਫਰਕ ਨਹੀਂ ਪੈਂਦਾ। ਜਿਹੜੀ ਐਡਿਕਸ਼ਨ ਹੁੰਦੀ ਹੈ ਨਾ, ਉਹ ਬੜੀ ਗਹਿਰੀ ਚੀਜ਼ ਹੈ। ਐਡਿਕਸ਼ਨ ਨਾਲ ਕੀ ਹੁੰਦਾ ਹੈ ਕਿ ਉਹ ਕੰਪਲਸਿਵ ਹੋ ਜਾਂਦੀ, ਕਿ ਉਹ ਕਰਨੀ ਹੈ, ਉਹਦੇ ਬਿਨਾਂ ਤੁਹਾਡਾ ਦਿਮਾਗ ਬੋਡੀ ਤੁਹਾਡੀ ਨਹੀਂ ਠੀਕ ਤਰ੍ਹਾਂ ਕੰਮ ਕਰਦੀ, ਅਤੇ ਉਹ ਡਿਪੈਂਡੈਂਸੀ ਹੋ ਜਾਂਦੀ। ਉਹਨੂੰ ਜਦੋਂ ਡਿਪੈਂਡੈਂਸੀ ਬਣ ਜਾਂਦੀ ਨਾ, ਤਾਂ ਉਹਨੂੰ ਉਸ ਐਡਿਕਸ਼ਨ ਕਹਿੰਦੇ। ਭਾਜੀ ਇਜ਼ ਇਟ ਵੀਕਨੈਸ ਆਫ ਦਾ ਮਾਈਂਡ ਔਰ ਦਾ ਬੋਡੀ, ਕਿ ਤੁਹਾਨੂੰ ਉਹ ਮੰਗਦੀ ਹੈ ਚੀਜ਼, ਦੋਨੋਂ ਤੁਸੀਂ ਰਜਿਸਟ ਨਹੀਂ ਕਰਦੇ? ਦੋਨੋਂ ਚੀਜ਼ਾਂ ਹੈ, ਕਿਉਂਕਿ ਇੱਕ ਹੁਣ ਜਿਹੜੀ ਮਾਈਂਡ ਦੀ ਗੱਲ ਤੁਸੀਂ ਕਰਦੇ ਹੋ, ਉਹ ਜਿਹੜੀ ਦਾਰੂ ਜਿਹੜੇ ਬਾਰ-ਬਾਰ ਪੀਂਦੇ ਨੇ, ਉਹ ਇੱਕ ਨਿਊਰਲ ਪਾਥਵੇ ਬਣ ਜਾਂਦਾ ਉਹਦਾ, ਅਤੇ ਉਹ ਇੱਕ ਹੋ ਜਾਂਦੀ। ਇੱਕ ਉਹ ਰਿਵਾਰਡ ਸਿਸਟਮ ਹੁੰਦਾ ਹੈ ਜਿਹਦੇ ਨਾਲ ਡੋਪਾਮੀਨ ਵਗੈਰਾ, ਉਹਦੇ ਨਾਲ ਮਾਈਂਡ ਦੀ ਜਿਹੜੀ ਰਿਵਾਰਡ ਸਿਸਟਮ ਹੈ ਉਹਦੇ ਨਾਲ ਲਿੰਕ ਹੋ ਜਾਂਦੀ, ਅਤੇ ਬੋਡੀ ਵਿੱਚ ਵੀ ਉਹ ਇੱਕ ਤਬਦੀਲੀ ਆ ਜਾਂਦੀ ਹੈ ਕਿ ਉਹ ਬੋਡੀ ਨੂੰ ਵੀ ਉਹ ਚੀਜ਼ ਚਾਹੀਦੀ। ਉਹ ਮਾਈਂਡ ਬੋਡੀ ਦਾ ਇੰਨਾ ਜ਼ਬਰਦਸਤ ਲਿੰਕ ਬਣ ਜਾਂਦਾ ਹੈ ਕਿ ਉਹ ਬੰਦਾ ਜਦ ਤੱਕ ਸ਼ਰਾਬ, ਹੁਣ ਇਹ ਨਹੀਂ ਕਿ ਬੰਦੇ ਨੇ ਸ਼ਰਾਬ ਕਿ ਇਹ ਨਹੀਂ ਕਿ ਇਹ ਜਿਹੜੀ ਹੈਬਿਟ ਹੈ ਇੱਕ ਦਿਨ 'ਚ ਬਣਦੀ ਹੈ। ਇਹ ਹੈਬਿਟ ਜਿਹੜੀ ਹੈ, ਉਹ ਕੋਈ ਜੰਮਦੇ ਤਾਂ ਕੋਈ ਪੀਂਦਾ ਨਹੀਂ, ਕੋਈ ਬੱਚੇ ਨਵੇਂ ਕੋਈ ਨੋਬਡੀ ਇਜ਼ ਬੋਰਨ ਐਨ ਐਡਿਕਟ, ਰਾਈਟ। ਇਹ ਹੈਬਿਟ ਬਚਪਨ ਤੋਂ ਨਹੀਂ ਸ਼ੁਰੂ ਹੁੰਦੀ, ਕਿਧਰੇ ਜਾ ਕੇ ਇੱਕ ਬੰਦਾ ਥੋੜ੍ਹੀ ਐਕਸਪੈਰੀਮੈਂਟ ਕਰਦਾ ਹੈ, ਫਿਰ ਜ਼ਿਆਦਾ ਪੀਂਦਾ ਹੈ। ਉਹ ਕਲਚਰ ਵਿੱਚ ਵੀ ਬਣੀ ਹੋਈ ਹੈ ਕਿ ਪੀਣੀ ਹੈ, ਜਦੋਂ ਤੁਸੀਂ ਕਹਿ ਰਹੇ ਸੀ ਖੁਸ਼ੀ ਗਮੀ ਪੀਣੇ, ਉਹ ਪੀ ਕੇ ਉਹ ਨਾ ਕਲਚਰ ਜਿਹੜਾ ਹੈ ਉਹ ਬੜਾ ਇੰਟੈਂਸ ਹੋ ਜਾਂਦਾ, ਅਤੇ ਉਹਦੇ ਨਾਲ ਐਡਿਕਸ਼ਨ ਬਣ ਜਾਂਦੀ। ਗੁਰਪ੍ਰੀਤ ਜੀ ਇੱਕ ਬੜੀ ਇੰਟਰਸਟਿੰਗ ਗੱਲ ਹੈ, ਮੈਂ ਤੁਸੀਂ ਇਹਦੇ ਉੱਪਰ ਕਾਫੀ ਕਾਉਂਸਲਿੰਗ ਵਗੈਰਾ ਅਤੇ ਸਾਈਕੋਥੈਰੇਪੀ ਕਰਦੇ ਨੇ। ਆਈ ਥਿੰਕ ਦੈਟਸ ਸੱਚ ਐਨ ਇੰਪੋਰਟੈਂਟ ਪ੍ਰੋਫੈਸ਼ਨਲ ਜੋਬ, ਕਿ ਤੁਸੀਂ ਜਦੋਂ ਸਾਈਕੋਥੈਰੇਪਿਸਟ ਕਰਦੇ ਹੋ, ਤੁਸੀਂ ਆਰਾਮ ਨਾਲ ਬੈਠੇ ਹੋ, ਤੁਸੀਂ ਬੰਦੇ ਦੀ ਗੱਲਾਂ ਸੁਣਦੇ ਹੋ,
ਤੁਸੀਂ ਉਹਦਾ ਸਾਰਾ ਕੁਝ ਪੜ੍ਹ ਜਾਂਦੇ ਹੋ ਸੋ ਮਤਲਬ ਕਿਸ ਤਰ੍ਹਾਂ ਮੈਂ ਸਮਝ ਕਿ ਤੁਸੀਂ ਸਮਝ ਜਾਂਦੇ ਹੋ ਵਜੇ ਸਮਝ ਨਹੀਂ ਬਟ ਗੱਲਾਂ ਬਾਤਾਂ ਨਾਲ ਬੰਦੇ ਨੂੰ ਸਮਝਣਾ ਪੈਂਦਾ ਨਾ ਮੈਂ ਉਹੀ ਇਹ ਨਾ। ਨਹੀਂ ਕਿ ਹੁਣ ਤੁਸੀਂ ਦੇਖੋ ਇਹ ਬੜੀ ਜ਼ਰੂਰੀ ਗੱਲ ਹੈ ਕਿ ਮੈਂ ਕਹਾਂ ਹਰ ਇੱਕ ਬੰਦੇ ਦੀ ਐਡਿਕਸ਼ਨ ਇੱਕੋ ਚੀਜ਼ ਹੈ, ਉਹ ਗਲਤ ਗੱਲ ਹੈ। ਹਰ ਬੰਦੇ ਦੀ ਐਡਿਕਸ਼ਨ ਅਲੱਗ-ਅਲੱਗ ਹੁੰਦੀ ਹੈ। ਬਿਲਕੁਲ। ਤੇ ਜਿਸ ਬੰਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਪਹਿਲੀ ਉਹਦੀ ਐਡਿਕਸ਼ਨ ਸਮਝੋਗੇ ਤਾਂ ਉਹਦੇ ਨਾਲ ਕੰਮ ਕਰੋਗੇ, ਐਵੇਂ ਥੋੜੀ ਕੰਮ ਕਰੀ ਜਾਓਗੇ। ਹੁਣ ਮੈਂ ਕਹਾਂ ਕਿ ਰਾਮ ਪ੍ਰਕਾਸ਼ ਨੂੰ ਐਡਿਕਸ਼ਨ ਹੈ, ਉਹਨੂੰ ਸੁਰਿੰਦਰ ਨੂੰ ਦੂਜੀ ਐਡਿਕਸ਼ਨ ਹੈ। ਇਹ ਐਡਿਕਸ਼ਨ ਭਾਵੇਂ ਸ਼ਰਾਬ ਦੀ ਹੋਏ ਪਰ ਅਲੱਗ-ਅਲੱਗ ਹੁੰਦੀ ਹੈ ਐਡਿਕਸ਼ਨ। ਉਹਦੀ ਉਹ ਹੋਰ ਵਜ੍ਹਾ ਤੋਂ ਪੀਂਦਾ ਹੋਣਾ, ਉਹ ਹੋਰ ਵਜ੍ਹਾ ਤੋਂ ਪੀਂਦਾ ਹੋਣਾ। ਜਦ ਤੱਕ ਮੈਂ ਇਹ ਨਹੀਂ ਸਮਝਾਂਗਾ ਕਿ ਪੀਂਦਾ ਕਿਉਂ ਹੈ ਤਦ ਤੱਕ ਮੈਂ ਉਹਨੂੰ ਹੈਲਪ ਕਿੱਦਾਂ ਕਰ ਸਕਾਂਗਾ। ਪਰ ਇਹ ਬੜਾ ਜ਼ਰੂਰੀ ਹੁੰਦਾ ਨਾ, ਪਹਿਲੇ ਜਿਸ ਬੰਦੇ ਨਾਲ ਵੀ ਤੁਸੀਂ ਕੰਮ ਕਰੋ ਉਹਨੂੰ ਸਮਝੋ ਪਹਿਲੇ ਕਿ ਉਹ ਕਿਉਂ ਪੀਂਦਾ ਹੈ। ਕਿਉਂ ਪੀਂਦਾ ਹੈ। ਜਦ ਤੱਕ ਤੁਸੀਂ ਇਹ ਨਹੀਂ ਪਤਾ ਕਰਦੇ ਕਿ ਉਹ ਪੀਂਦਾ ਕਿਉਂ ਹੈ ਤਦ ਤੱਕ ਤੁਸੀਂ ਉਹਦਾ ਹੱਲ ਨਹੀਂ ਲੱਭ ਪਾਓਗੇ। ਉਹਦਾ ਮਤਲਬ ਉਹਦੀ ਐਡਿਕਸ਼ਨ ਤੋੜਨੀ ਬੜੀ ਔਖੀ ਹੋਏਗੀ। ਹਾਂ, ਤੁਸੀਂ ਸਰਫੇਸ ਲੈਵਲ ਤੋੜ ਸਕੋਗੇ ਕਿ ਐਡਿਕਸ਼ਨ ਭਾਵੇਂ ਥੋੜੀ ਘੱਟ ਹੋ ਜਾਏ, ਹੋਰ ਸਪੋਰਟ ਸਿਸਟਮ ਨਾਲ ਥੋੜੀ ਘੱਟ ਕਰਦੇ ਪੀਣੀ। ਪਰ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੇਰਾ ਕੰਮ ਹੈ, ਮੈਂ ਸਮਝਣਾ ਚਾਹੁੰਦਾ ਲੋਕਾਂ ਕੋਲੋਂ ਕਿ ਉਹ ਪੀਂਦੇ ਕਿਉਂ ਨੇ। ਤੇ ਉਹ ਫਿਰ ਬਹੁਤ ਇੰਟਰਸਟਿੰਗ ਗੱਲ ਹੈ। ਅਸੀਂ ਫਟਾਫਟ ਲੇਬਲ ਲਗਾ ਦਿੰਦੇ ਆ, ਇਹ ਤਾਂ ਦਾਰੂ ਪੀਂਦਾ, ਇਹ ਤਾਂ ਕਿਸੇ ਕੰਮ ਦਾ ਨਹੀਂ। ਚਲੋ ਕਿਉਂ ਪੀਂਦਾ, ਕਾਹਤੇ ਪੀਂਦਾ, ਬੰਦੇ ਕੋਸ਼ਿਸ਼ ਨਹੀਂ ਕਰਦੇ ਪਾਏ। ਬਹੁਤ ਇੰਪੋਰਟੈਂਟ ਗੱਲ ਹੈਗੀ। ਤੁਸੀਂ ਹੁਣੇ ਇੱਕ ਗੱਲ ਮੈਂਸ਼ਨ ਕੀਤੀ ਕਿ ਇਹ ਕਿਸੇ ਕੰਮ ਦਾ ਨਹੀਂ। ਹਾਂ, ਇਹਨੂੰ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਜਜਮੈਂਟ। ਵੀ ਤੁਸੀਂ ਪਹਿਲੇ ਹੀ ਬੰਦੇ ਨੂੰ ਦਰਗੁਜ਼ਰ ਕਰ ਦਿੱਤਾ ਕਿ ਉਹ ਪੀਂਦਾ ਹੈ ਤੇ ਉਹ ਕਿਸੇ ਕੰਮ ਦਾ ਨਹੀਂ। ਦੇਖੋ ਹੈ ਉਹਨੂੰ ਪੁੱਛਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਕਿ ਤੂੰ ਕਿਉਂ ਪੀਣਾ ਹੈ। ਵੈਰੀ ਗੁੱਡ। ਤੇ ਮਤਲਬ ਜਿਹੜਾ ਵੀ ਬੰਦਾ ਪੀਂਦਾ ਹੈ ਉਹਦੀ ਪੀਣ ਦੀ ਕੋਈ ਵਜ੍ਹਾ ਹੁੰਦੀ ਹੈ, ਕਿੱਥੋਂ ਸ਼ੁਰੂ ਹੋਈ, ਕਿਉਂ ਪੀਂਦਾ ਹੈ, ਤੇ ਉਹ ਕਿਉਂ ਇੱਕ ਹੈਬਿਟ ਬਣੀ, ਕਿਉਂ ਇੱਕ ਐਡਿਕਸ਼ਨ ਬਣੀ, ਕਿਉਂ, ਤੇ ਉਹ ਐਡਿਕਸ਼ਨ ਸਸਟੇਨ ਕਿੱਦਾਂ ਹੋ ਰਹੀ ਹੈ, ਮਤਲਬ ਉਹ ਜਾਰੂ ਕਿੱਦਾਂ ਹੋ ਰਹੀ ਹੈ। ਹੁਣ ਤੁਸੀਂ ਕੋਈ ਵੀ ਚੀਜ਼ ਲੈ ਲਓ, ਮਤਲਬ ਕੋਈ ਵੀ ਆਦਤ ਹੋਏ ਤੁਹਾਡੀ, ਭਾਵੇਂ ਤੁਸੀਂ ਪਾਠ ਪੂਜਾ ਕਰੋ, ਕੁਝ ਵੀ ਕਰੋ, ਗੁਰਦੁਆਰੇ ਜਾ ਕੇ ਜਾਂਦੇ ਨੇ, ਤੁਸੀਂ ਜਾਣਾ ਕਿਉਂ ਸ਼ੁਰੂ ਕੀਤਾ ਤੇ ਹੁਣ ਜਾਂਦੇ ਕਿਉਂ ਰੋਜ਼, ਰਾਈਟ। ਤੇ ਪੀਣੀ ਸ਼ੁਰੂ ਕਿੱਥੋਂ ਕੀਤੀ ਤੇ ਰੋਜ਼ ਪੀਂਦੇ ਕਿਉਂ, ਤੇ ਉਸ ਹੈਬਿਟ ਨੂੰ ਸਸਟੇਨ ਕੀ ਕਰ ਰਿਹਾ। ਜਦ ਤੱਕ ਤੁਸੀਂ ਇਹ ਦੋ ਗੱਲਾਂ ਦਾ ਮਤਲਬ ਤੁਸੀਂ ਨਾ ਗੱਲਾਂ ਕਿਸੇ ਕੋਲ ਪੁੱਛੋਗੇ ਨਹੀਂ ਵੀ ਕਿੱਥੋਂ ਗੱਲ ਸ਼ੁਰੂ ਹੁੰਦੀ ਹੈ, ਕਿਉਂ ਹੁੰਦੀ ਹੈ, ਤਦ ਤੱਕ ਤੁਸੀਂ ਬੰਦੇ ਨੂੰ ਜਾਣਿਆ ਹੀ ਨਹੀਂ। ਤੁਸੀਂ ਤਾਂ ਪ੍ਰਿਸਕ੍ਰਿਪਸ਼ਨ ਲਿਖਤੀ ਵੀ ਤੂੰ ਤੂੰ 4 ਦਵਾਈਆਂ ਲੈ ਲਈਆਂ ਤਾਂ ਤੇਰੀ ਗੱਲ ਠੀਕ ਹੋ ਜਾਏ। ਇਹ ਨਹੀਂ ਹੁੰਦਾ ਚੱਕਰ। ਮਤਲਬ ਸਮਝਣਾ ਪੈਂਦਾ ਲੋਕਾਂ ਕੋਲੋਂ ਕਿ ਤੁਸੀਂ ਮਤਲਬ ਤੇਰੀ ਕਹਾਣੀ ਕੀ। ਪਹਿਲਾਂ ਮੈਨੂੰ ਆਪਣੀ ਕਹਾਣੀ ਦੱਸ। ਮੈਂ ਨਾ ਹਮੇਸ਼ਾ ਸ਼ੋਅ ਤੁਹਾਨੂੰ ਕਹਿਣਾ ਲੱਗਾ, ਪਲੀਜ਼ ਤੁਸੀਂ ਬੇਸ਼ੱਕ ਪੀਂਦੇ ਨਹੀਂ ਪੀਂਦੇ, ਘਰ 'ਚ ਪ੍ਰੋਬਲਮ ਹੈਗੀ, ਸ਼ੋਅ ਦੇਖਿਆ ਕਰੋ। ਜਿੱਦਾਂ ਆਪਣੇ ਭਾਜੀ ਨੇ, ਗੁਰਪ੍ਰੀਤ ਨੇ, ਹੁਣੀ ਕੋਈ ਲੈਵਲਸ ਬੰਦਾ ਕੁਝ ਕਹਿ ਦਿੰਦਾ ਨਾ, ਉਹ ਤੁਹਾਡੇ ਦਿਮਾਗ 'ਚ ਪੈਣੀ ਡ੍ਰੌਪ ਹੋ ਜਾਂਦੀ। ਤੁਸੀਂ ਉਹ ਪਕੜ ਲਓ, ਤੁਹਾਡੀ ਲਾਈਫ ਚੇਂਜ ਹੋ ਜਾਏਗੀ। ਅਸੀਂ ਜਦੋਂ ਵੀ ਹੁਣ ਤੁਹਾਡੀ ਪਹਿਲੀ ਗੱਲ ਤੇ ਜਿਹੜੀ ਮੈਂ ਪਕੜੀ ਇਹਨਾਂ ਦੀ ਐਕਸਪੀਰੀਅੰਸ ਹੈ, ਅਸੀਂ ਟਾਕ ਕਰਦੇ ਹਾਂ ਸ਼ਰਾਬ ਬਾਰੇ, ਕਿ ਅਸੀਂ ਫਟਾਫਟ ਸਾਡੇ ਪਾਸ ਟਾਈਮ ਨਹੀਂ ਹੈ, ਅਸੀਂ ਉਹਨੂੰ ਲੇਬਲ ਲਗਾਤਾ, ਮੂੰਹ ਪਰੇ ਮੋੜ ਲੈਂਦੇ ਹਾਂ। ਪਲੀਜ਼ ਉਹਦੀ ਨਾ ਮਦਦ ਕਰੋ ਬੰਦੇ ਦੀ। ਅਗਰ ਤੁਸੀਂ ਇੱਕ ਦੀ ਕਰੋਗੇ ਤਾਂ ਉਹਦੇ ਹੌਲੀ ਹੌਲੀ ਫਿਰ ਵੱਧਦੇ ਕਾਫੀ ਦੁਨੀਆ ਤੁਸੀਂ ਉਹਨੂੰ ਹਟਾ ਸਕਦੇ ਹੋ। ਵੈਰੀ ਕਲੈਵਰ, ਬਿਕੋਜ਼ ਸਾਡੇ ਪਾਸ ਟਾਈਮ ਨਹੀਂ ਹੈ, ਚੀਜ਼ ਦਾ ਸੋਚਣ ਦਾ ਟਾਈਮ ਨਹੀਂ ਹੈ। ਕਲੈਵਰ ਦਾ ਤਾਂ ਮੈਨੂੰ ਪਤਾ ਨਹੀਂ, ਸਿਆਣੀ ਗੱਲ ਜ਼ਰੂਰ ਹੈ। ਵੀ ਕਿਸੇ ਨੂੰ ਪੁੱਛਣਾ ਕਿ ਤੂੰ ਕਿਉਂ ਪੀਣਾ ਹੈ, ਇਹ ਮੇਰੇ ਖਿਆਲ ਸਿਆਣਪ ਦੀ ਗੱਲ ਹੁੰਦੀ ਹੈ। ਬਿਲਕੁਲ। ਇਹ ਮਤਲਬ ਜਿਹੜੇ ਤੁਸੀਂ ਬੰਦੇ ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਹਮੇਸ਼ਾ ਉਸ ਬੰਦੇ ਬਾਰੇ ਕੁਝ ਪਤਾ ਚੱਲੇ। ਉਹ ਵੀ ਸਮਝੇਗਾ ਕਿ ਇਹ ਬੰਦਾ ਮੈਨੂੰ ਜਾਣਨਾ ਚਾਹੁੰਦਾ ਹੈ, ਵੀ ਇਹ ਮੈਨੂੰ ਪੁੱਛਣਾ ਚਾਹੁੰਦਾ ਹੈ। ਤੇ ਜਾਂ ਤੁਸੀਂ ਦਰਬਜ਼ਰ ਕਰਕੇ 2 ਚਪੇੜਾਂ ਲਾ ਕੇ ਕਹੋਗੇ ਤੂੰ ਬੰਦ ਕਰ ਦੇ, ਤਾਂ ਉਹ ਕਿੱਥੋਂ ਗੱਲ। ਮੇਰੇ ਪਾਸ ਨਾ ਇਹਦੇ ਉੱਪਰ ਤੇ ਬੜੇ ਵਾਹ ਸਵਾਲ ਹੈਗੇ ਨੇ। ਮੇਰੇ ਜਿਹੜੇ ਕੋਲ ਸਵਾਲ ਹੈਗੇ ਨੇ, ਬੜੇ ਜਰਨਲ ਸਵਾਲ ਹੁੰਦੇ ਨੇ ਜੋ ਕਿ ਤੁਸੀਂ ਆਮ ਪੁੱਛਣਾ ਚਾਹੁੰਦੇ ਹੋ। ਅਗਰ ਕਿਸੇ ਨੇ ਕੁਝ ਪੁੱਛਣਾ ਹੋਗਾ, ਆਪਣਾ ਕੋਈ ਪ੍ਰੋਬਲਮ ਹੈਗੀ, ਪਲੀਜ਼ ਡੂ ਗਿਵ ਅਸ ਅ ਕਾਲ 0208571427 ਦੇ ਉੱਪਰ। ਮੇਰਾ ਫਸਟ ਤੇ ਦੂਜਾ ਸਵਾਲ ਸੇਮ ਹੈਗਾ ਇੱਕ ਤਰ੍ਹਾਂ ਦਾ। ਪਹਿਲਾ ਹੈਗਾ ਕਿ ਲੋਕ ਪੀਂਦੇ ਕਿਉਂ ਆ, ਤੇ ਕਈ ਕਹਿੰਦੇ ਨੇ ਅਸੀਂ ਪੀਂਦੇ ਹਾਂ ਫਨ ਲਈ। ਤੁਸੀਂ ਹੋਰ ਕੁਝ ਰੀਜ਼ਨ ਦੱਸ ਸਕਦੇ ਹੋ ਕਿ ਸਾਰਾ ਤਾਂ ਫਨ ਨਹੀਂ ਨਾ ਹੁੰਦਾ, ਕੋਈ ਦੁਖੀ ਵੀ ਹੋ ਕੇ ਪੀ ਸਕਦਾ ਨਾ, ਕੋਈ ਹੋਰ ਵੀ ਰੀਜ਼ਨ ਹੋ ਸਕਦਾ। ਬਿਲਕੁਲ, ਇਹ ਇੱਕ ਬੜੀ ਵੱਡੀ ਗੱਲ ਖਾਸ ਕਰਕੇ ਪੰਜਾਬੀਆਂ 'ਚ ਆਉਂਦੀ ਹੈ। ਇਹ ਇਹਨੂੰ ਨਾ ਪੀਣਾ ਕਮਜ਼ੋਰੀ ਸਮਝਿਆ ਜਾਂਦਾ ਹੈ। ਤੁਸੀਂ ਕਈ ਮਹਿਫਲਾਂ 'ਚ ਬੈਠੇ ਹੋਵੋਗੇ, ਕਈ ਪਾਰਟੀਆਂ ਵਗੈਰਾ ਬੈਠੇ ਹੋਵੋਗੇ, ਉਹ ਜਿੰਨੀ ਜ਼ਿਆਦਾ ਪੀਣਾ ਉਹਨਾਂ ਲੋਕੀ ਕਹਿੰਦੇ ਨੇ ਬੜਾ ਚੰਗਾ ਹੁੰਦਾ ਵੀ ਇਹ ਆਪਣਾ ਡਰਿੰਕ ਹੈਂਡਲ ਕਰ ਸਕਦਾ, ਲੋਕੀ ਕਹਿੰਦੇ ਨੇ। ਪਰ ਭਾਜੀ ਇੱਕ ਗੱਲ ਸਾਡੀ ਮੈਨੂੰ ਹੋਰ ਅੱਛੀ ਨਹੀਂ ਲੱਗਦੀ, ਆਪਣੇ ਵਿਆਹ ਸ਼ਾਦੀਆਂ 'ਚ ਬਹੁਤ ਲੋਕ ਕਰਦੇ ਨੇ, ਪਹਿਲਾਂ ਫੋਰਸ ਕਰਦੇ ਨੇ ਬੰਦੇ ਨੂੰ। ਉਹ ਕਹਿੰਦਾ ਮੈਂ ਕਦੀ ਪੀਤੀ ਨਹੀਂ, ਉਹ ਕਹਿੰਦਾ ਬੰਦਾ ਮੈਂ ਕਦੀ ਪੀਤੀ ਨਹੀਂ। ਮੈਂ ਜੋ ਆਪਣੀ ਖੁਦ ਦੀ ਗੱਲ ਕਰਾਂ, ਇਹ ਤਾਂ ਫਿਰ ਗੱਲ ਚੰਗੀ ਨਹੀਂ। ਇਹਦਾ ਮਤਲਬ ਤੂੰ ਖੁਸ਼ ਨਹੀਂ ਹੈ ਸਾਡੇ। ਯਾਰ ਖੁਸ਼ੀ ਤੇ ਹੈ, ਮੈਂ ਤਾਂ ਹੀ ਤਾਂ ਉੱਥੇ ਬੈਠਾ ਹੋਇਆ ਹੈ। ਹੁਣ ਦਾਰੂ ਪੀ ਕੇ ਕੁਝ ਜ਼ਿਆਦਾ ਖੁਸ਼ੀ ਹੋ ਜਾਏਗੀ। ਉਹ ਕਹਿੰਦੇ ਨਾ ਕਿ ਕਈ ਚੀਜ਼ਾਂ ਪੰਜਾਬੀਆਂ ਦੀ ਆਦਤ ਹੈ, ਉਹ ਨਾ ਥੋੜ੍ਹਾ ਮਿਲਵਰਤਨ ਨੇ, ਬੜੀ ਹੌਸਪਿਟੈਲਿਟੀ ਚੰਗੀ ਪੰਜਾਬੀਆਂ ਦੀ। ਪਰ ਇਹ ਇੱਕ ਐਸੀ ਚੀਜ਼ ਹੈ ਜਿਹੜੀ ਨਾ ਵੰਡ ਚੁੱਕੋ ਤਾਂ ਚੰਗਾ ਰਹਿੰਦਾ। ਪਰ ਇਹ ਪਤਾ ਹੈ, ਤੁਸੀਂ ਪੰਜਾਬੀਆਂ ਦੀ ਪਾਰਟੀ ਦੇ ਵਿੱਚ ਜਾਓ ਅਤੇ ਤੁਹਾਨੂੰ ਉੱਥੇ ਕਈ ਵਾਰੀ ਬਾਹਰ ਬਿਲਕੁਲ ਸੈਂਟਰਲ ਏਰੀਆ ਹੁੰਦਾ, ਉਹਨਾਂ ਦੇ ਸਾਹਮਣੇ ਬਾਹਰ ਲਾਈ ਹੁੰਦੀ, ਉੱਥੇ ਡਰਿੰਕ ਪਏ ਹੁੰਦੇ ਨੇ, ਅਤੇ ਸਾਰੇ ਉੱਥੇ ਜਾ ਕੇ ਖੜੇ ਹੋ ਜਾਂਦੇ ਨੇ।
ਕੱਠ ਉੱਥੇ ਹੀ ਜ਼ਿਆਦਾ ਉਹ ਹੁੰਦਾ ਖੜੇ ਉੱਥੇ ਹੀ ਹੁੰਦੇ ਨੇ। ਤੇ ਉਹ ਨਾ ਪੀਓ ਤੇ ਉਲਟਾ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਉਹਨੂੰ ਉਲਟਾ ਸ਼ਰਮਿੰਦਗੀ ਆਉਂਦੀ ਕਿ ਵੀ ਮੈਂ ਪੀਂਦਾ ਨਹੀਂ, ਤੇ ਉਹ ਫਿਰ ਕਦੀ ਕਿ ਨਾ ਇਹਨੂੰ ਪੀਅਰ ਪ੍ਰੈਸ਼ਰ ਵੀ ਕਹਿੰਦੇ ਨੇ, ਹੋਰ ਜਿਸ ਤਰ੍ਹਾਂ ਕਈ ਲਫ਼ਜ਼ਾਂ ਨਾਲ ਬੰਦਾ ਸਮਝ ਸਕਦਾ ਕਿ ਲੋਕੀ ਇੱਕ ਦੂਜੇ ਨੂੰ ਨਾ ਕਹਿੰਦੇ ਨੇ ਵੀ ਤੂੰ ਵੀ ਪੀ, ਤੇ ਫਿਰ ਇੱਕ ਨਹੀਂ 4-5 ਪੀ, 6 ਪੀ। ਵੱਡੀ ਗੱਲ ਪਤਾ ਕਿ ਜੇ ਤੁਸੀਂ ਕੋਕ ਦਾ ਜਾਂ ਕੋਈ ਸੌਫਟ ਡਰਿੰਕ ਦਾ ਗਲਾਸ ਯਾਰ ਚੰਗਾ ਨਹੀਂ ਲੱਗਦਾ, ਇਹ ਮੈਨੂੰ ਸਮਝੀ ਪੈਂਦੀ ਬੁਰਾ ਕੀ ਲੱਗਦਾ ਉਹਦੇ ਵਿੱਚ। ਅਗਰ ਤੁਸੀਂ ਦਾਰੂ ਦਾ ਗਲਾਸ ਨਹੀਂ ਪੜਿਆ, ਤੁਸੀਂ ਸੌਫਟ ਦਾ ਪੜਿਆ, ਵੀ ਪ੍ਰਾਊਡ ਅਬਾਊਟ ਇਟ ਕਿ ਮੈਂ ਨਹੀਂ ਪੀਂਦਾ ਪਿਆ, ਆਮ ਵਨ ਅਮੰਗ ਦੇ ਥਾਊਜ਼ੈਂਡਸ ਇਨ ਦੇਅਰ ਕਿ ਜੋ ਮੈਂ ਇਕੱਲਾ ਹੈਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹ ਨਾ ਬੰਦੇ ਨੂੰ ਦੇਖੋ ਆਪਣੇ ਆਪ ਨੂੰ ਥੋੜਾ ਸਟਰੋਂਗ ਕਰਨਾ ਪੈਂਦਾ ਹੈ ਕਿ ਆਪਣੀ ਅਗਰ ਨਹੀਂ ਨਾ ਮਰਜ਼ੀ ਤੇ ਨਾ ਕਹਿਣੀ ਜ਼ਰੂਰੀ ਹੁੰਦੀ ਹੈ ਲੋਕਾਂ ਨੂੰ ਕਿ ਮੈਂ ਨਹੀਂ ਪੀਣਾ ਚਾਹੁੰਦਾ। ਪਰ ਇਹ ਹੁਣ ਕਈ ਬੰਦੇ ਸਟਰੋਂਗ ਹੁੰਦੇ ਨੇ, ਕਈ ਬੰਦੇ ਨਹੀਂ ਸਟਰੋਂਗ ਹੁੰਦੇ, ਉਹ ਫਿਰ ਪ੍ਰੈਸ਼ਰ 'ਚ ਆ ਜਾਂਦੇ ਨੇ, ਫਿਰ ਉਹ ਪੀਣੀ ਸ਼ੁਰੂ ਕਰ ਦਿੰਦੇ ਨੇ। ਗੁਰਪ੍ਰੀਤ ਜੀ ਮੇਰੇ ਪਾਸ ਬਹੁਤ ਇੰਟਰਸਟਿੰਗ ਸਵਾਲ ਹੈ, ਬਿਕੋਜ਼ ਆਮ ਸ਼ੋਰ ਯੂ ਕੈਨ ਆਂਸਰ ਇਟ ਵੈਰੀ ਪ੍ਰੋਫੈਸ਼ਨਲੀ। ਸਵਾਲ ਬੜਾ ਸਿੰਪਲ ਹੈ ਕਿ ਇਜ਼ ਇਟ ਬੈਡ ਫॉर ਹੈਲਥ। ਹੁਣ ਮੈਂ ਆਪਣੇ ਨਾਲ ਹੀ ਇਹਦਾ ਥੋੜ੍ਹਾ ਜਵਾਬ ਦਿੰਦਾ, ਯੈਸ ਔਰ ਨੋ। ਯੈਸ ਕਿਉਂ ਹੈਗਾ ਤੇ ਨਹੀਂ ਕਿਉਂ ਹੈਗਾ ਤੁਸੀਂ ਦੱਸੋ। ਕਿ ਇੱਕ ਦਫਾ ਡਾਕਟਰ ਵੀ ਰਿਕਮੈਂਡ ਕਰਦੇ ਨੇ ਕਿ ਤੁਸੀਂ ਹੈਲਥ ਲਈ ਇੱਕ ਡਰਿੰਕ ਵਿਦ ਇਨ ਲਿਮਿਟ ਪੀਓ ਤੇ ਉਹ ਤੁਹਾਡੀ ਸਿਹਤ ਲਈ ਠੀਕ ਹੈ, ਤੇ ਤੁਸੀਂ ਤੁਹਾਡੇ ਕੀ ਖਿਆਲ ਹੈ ਇਹਦੇ ਬਾਰੇ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਕਈ ਰਿਸਰਚ ਸ਼ੋਜ਼ ਕਿ ਤੁਸੀਂ ਇੱਕ ਡਰਿੰਕ ਦਿਨੇ ਲੈ ਲਓ, ਉਹ ਤੁਹਾਡੀ ਸਿਹਤ ਵਾਸਤੇ ਚੰਗਾ ਹੈ। ਲੋਕੀ ਮੈਂ ਤੁਹਾਨੂੰ ਜਿਸ ਤਰ੍ਹਾਂ ਕਹਿ ਰਿਹਾ ਸੀ ਪਿੰਡਾਂ 'ਚ ਵੀ ਪੀਂਦੇ ਨੇ, ਮਤਲਬ ਇੱਕ ਡਰਿੰਕ ਕਿਸੇ ਨੇ ਲੈ ਲਿਆ ਤੇ ਉਹ ਕੋਈ ਮਾੜੀ ਗੱਲ ਨਹੀਂ ਹੈ। ਥੋੜ੍ਹਾ ਬਹੁਤਾ ਪੀਣਾ ਕੋਈ ਹਰਜਾ ਨਹੀਂ ਹੈ, ਪਰ ਇਹ ਹੁੰਦਾ ਹੈ ਕਿ ਵੈਨ ਉਹ ਲਾਈਨ ਕਦੋਂ ਕ੍ਰਾਸ ਹੁੰਦੀ ਹੈ। ਮਤਲਬ ਤੁਸੀਂ ਕੋਈ ਬੰਦਾ ਜਦੋਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ, ਕੋਈ ਬੰਦਾ ਜੰਮ ਕੇ ਨਹੀਂ ਪੀਂਦਾ, ਉਹ ਸਿਰਫ ਮਤਲਬ ਧੀਰੇ ਧੀਰੇ ਆਦਤ ਬਣਦੀ ਹੈ। ਉਹ ਫਿਰ 2 ਪੀਤੇ, 3 ਪੀਤੇ, 4 ਪੀਤੇ, ਉਹ ਇੱਕ ਦਾ 2, 2 ਦੇ 3, 3 ਤੇ 4, 4 ਤੇ 5, ਫਿਰ ਕਿੱਥੇ ਰੁਕਦਾ ਬੰਦਾ। ਹਾਂ ਇੱਕ ਡਰਿੰਕ ਮਾੜਾ ਨਹੀਂ ਹੈ, ਪਰ ਉਹ ਕੀ ਹੁੰਦਾ ਜਦੋਂ ਲੋਕੀ ਪੀਣੀ ਸ਼ੁਰੂ ਕਰ ਦਿੰਦੇ ਨੇ, ਫਿਰ ਉਹ ਗੁਰਦੇ 'ਤੇ ਦਰਦ ਅਸਰ ਪੈਂਦਾ ਹੈ, ਉਹ ਬਲੱਡ ਪ੍ਰੈਸ਼ਰ 'ਤੇ ਅਸਰ ਪਏਗਾ, ਸਟ੍ਰੋਕ ਹੋਏਗੀ, ਡਾਇਬਟੀਜ਼ ਹੋਏਗੀ। ਉਹ ਫਿਰ ਨਾ ਨਾਲੇ ਪਤਾ ਮੈਮਰੀ ਜਾਣੀ ਸ਼ੁਰੂ ਹੋ ਜਾਂਦੀ, ਬ੍ਰੇਨ 'ਤੇ ਬੜਾ ਅਸਰ ਪੈਂਦਾ। ਬਿਲਕੁਲ, ਉਹਦੇ ਵੀ ਮੈਂ ਗੱਲ ਕਰਾਂਗਾ। ਹੁਣ ਤੁਸੀਂ ਕਿਹਾ ਕਿ ਲਿਮਿਟ ਪੀਓ, ਰੋਜ਼ ਪੀਓ, ਰਿਕਮੈਂਡ ਕਰਦੇ ਨੇ ਮੈਡੀਕਲੀ, ਡਾਕਟਰਸ ਕਹਿੰਦੇ ਨੇ ਜਿਹਨਾਂ ਨੂੰ ਹਾਰਟ ਟਰਬਲ ਉਹਨਾਂ ਵੀ ਰਿਕਮੈਂਡ ਕਰਦੇ ਨੇ। ਉਹ ਕਰਦੇ ਕਰਦੇ ਐਡਿਕਸ਼ਨ 'ਚ ਟਰਨ ਹੋ ਸਕਦੀ ਹੈ। ਬਿਲਕੁਲ ਹੋ ਸਕਦੀ। ਉਹ ਤਾਂ ਬੰਦਾ ਜਦ ਤੱਕ ਆਪਣੇ ਆਪ ਨੂੰ ਮੋਨੀਟਰ ਨਾ ਕਰੇ, ਇਹੀ ਗੱਲ ਮੈਂ ਕਹਿ ਰਿਹਾ ਵੀ 1 ਤੋਂ 2, 2 ਤੋਂ 3, 3 ਤੋਂ 4, ਉਹ ਕਿੱਥੇ ਲਿਮਿਟ ਬੰਦੀ। ਹਾਂ ਤੁਸੀਂ ਆਪਣੇ ਆਪ ਨੂੰ, ਤੇ ਜਿਹੜਾ ਬੰਦਾ ਪੀਂਦਾ ਉਹਨੂੰ ਤਾਂ ਕਦੀ ਲੱਗਦਾ ਹੀ ਨਹੀਂ ਕਿ ਮੈਨੂੰ ਐਡਿਕਸ਼ਨ ਹੋ ਗਈ ਜੀ। ਉਹ ਤਾਂ ਕਹਿੰਦਾ ਕਿ ਮੈਂ ਠੀਕ ਠਾਕ ਹਾਂ। ਉਹਨੂੰ ਕਦੀ ਕੋਈ ਗੱਲ ਕਰਕੇ ਦੇਖੋ, ਉਹ ਤਾਂ ਕਹੇਗਾ ਮੈਂ ਠੀਕ ਠਾਕ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਤਾਂ ਘਰ ਵੀ ਚਲਾਵਾਂਗਾ, ਹੁਣ ਮੈਂ ਘਰ ਵੀ ਲੈ ਕੇ ਜਾਵਾਂਗਾ ਚਲਾ ਕੇ। ਹਾਂ ਬਿਲਕੁਲ, ਉਹ ਤਾਂ ਉਹਨੂੰ ਤਾਂ ਪ੍ਰੋਬਲਮ ਹੀ ਨਹੀਂ ਹੁੰਦੀ। ਹਾਂ ਫੈਮਿਲੀ ਮੈਂਬਰ ਤੁਹਾਨੂੰ ਕਹਿਣਗੇ ਬੜੀ ਜ਼ਿਆਦਾ ਪੀਂਦਾ, ਬਈ ਪੀਂਦਾ ਬਈ ਆਦਤ ਪੈ ਗਈ ਹੈ ਵਗੈਰਾ ਵਗੈਰਾ। ਉਹ ਫੈਮਿਲੀ ਮੈਂਬਰ ਜਿਹੜੇ ਹਾਲੇ ਯਾਰ ਦੋਸਤ ਹੋਣਗੇ ਉਹ ਵੀ ਸ਼ਾਇਦ ਕਦੀ ਕਦੀ ਕਹਿ ਦੇਣ। ਪਰ ਅਗਰ ਸਾਰੇ ਹੀ ਪੈ ਕੇ ਪੀਂਦੇ ਪਏ ਨੇ, ਹੁਣ ਤੁਸੀਂ ਕਿਤੇ ਪਾਰਟੀ 'ਤੇ ਜਾਓ ਸਾਰੇ ਪੈ ਕੇ ਪੀਂਦੇ ਪਏ ਨੇ, ਤੇ ਕੌਣ ਰੋਕੇਗਾ ਪਾਰਟੀ ਨੂੰ? ਬਿਲਕੁਲ। ਤੇ ਫਿਰ ਤੁਸੀਂ ਉਲਟਾ ਤੁਹਾਨੂੰ ਸ਼ਰਮਿੰਦਗੀ ਦੇਣਗੇ ਕਿ ਤੁਸੀਂ ਪਾਰਟੀ ਨੂੰ ਰੋਕਦੇ ਪਏ ਹੋ, ਵੀ ਸਾਰੇ ਪੀਣਗੇ ਫਿਰ, ਹੈ ਨਾ। ਪਰ ਸੋਸ਼ਲਾਈਜ਼ ਕਰਨਾ ਕਿਤੇ ਵੀ ਜਾ ਕੇ ਮੇਰੇ ਸਾਹਮਣੇ ਜ਼ਰੂਰੀ ਨਹੀਂ ਕਿ ਤੁਸੀਂ ਡਰਿੰਕ ਨਾਲ ਸੋਸ਼ਲਾਈਜ਼ ਕਰ ਸਕਦੇ ਹੋ। ਤਾਂ ਡਿਫਰੈਂਟ ਵੇਜ਼ ਹੈਗੇ ਆ। ਤੁਹਾਡੀ ਬੋਲਣ ਤਰੀਕਾ ਕਿੱਦਾਂ, ਤੁਸੀਂ ਲੋਕਾਂ ਨੂੰ ਕਿੱਦਾਂ ਗ੍ਰੀਟ ਕਰਦੇ ਹੋ, ਤੁਹਾਡੀ ਪਿਆਰ ਮੁਹੱਬਤ ਕਿੱਦਾਂ ਸ਼ੋਅ ਕਰਦੇ ਹੋ, ਤੁਸੀਂ ਆਪਣੀ ਵਾਰਮਥ ਕਿੱਦਾਂ ਦਿਖਾਉਂਦੇ ਹੋ ਕਿ ਮੈਂ ਤੁਹਾਨੂੰ ਐਕਸੈਪਟ ਕਰਦਾ ਐਜ਼ ਅ ਗੁੱਡ ਫਰੈਂਡ। ਡਰਿੰਕ ਦੇ ਰਸਤੇ ਤਾਂ ਕਿਤੇ ਹੁੰਦੀ ਨਹੀਂ ਇੱਦਾਂ ਦੀ ਵਾਈਬ, ਪਹੁੰਚਦੀ ਨਹੀਂ ਦੂਜੇ ਬੰਦੇ ਪਾਸ। ਡਰਿੰਕ ਦਾ ਜੀ ਸੁਸਾਇਟੀ ਨਾਲ ਅਜੀਬ ਹੀ ਤਾਲੁਕ ਹੈ। ਤੁਸੀਂ ਜਿੰਨੀ ਪੀਓਗੇ ਲੋਕੀ ਸਮਝਦੇ ਨੇ ਅਸੀਂ ਉਨਾ ਹੀ ਇੰਜੋਏ ਜ਼ਿਆਦਾ ਕਰ ਰਹੇ ਹਾਂ, ਜ਼ਿਆਦਾ ਕਰ ਰਹੇ ਹਾਂ। ਤੇ ਉਲਟਾ ਹੁੰਦਾ ਹੈ ਕਿ ਇੱਕ ਲਿਮਿਟ ਹੁੰਦੀ ਹੈ ਜਿੱਥੇ ਤੱਕ ਤੁਸੀਂ ਨਾ ਇੱਕ ਡਰਿੰਕ ਲਓ ਤੇ ਥੋੜ੍ਹੀ ਜਿਹੀ ਤੁਹਾਨੂੰ ਚੜ੍ਹ ਜਾਏ ਤਾਂ ਥੋੜਾ ਉਹ ਝਿਜਕ ਖੁੱਲ੍ਹ ਜਾਂਦੀ ਹੈ। ਦੂਜਾ ਲਓ, ਥੋੜ੍ਹੀ ਹੋਰ ਝਿਜਕ ਖੁੱਲ੍ਹ ਜਾਂਦੀ ਹੈ। ਤੀਜੇ ਚੌਥੇ ਤੇ ਜਾ ਕੇ ਫਿਰ ਨਾ ਬੰਦਾ ਉਹ ਹੋਰ ਹੀ ਵਜ੍ਹਾ ਵਾਸਤੇ ਪੀ ਰਿਹਾ ਹੁੰਦਾ। 5ਵੇਂ 6ਵੇਂ ਤੋਂ ਬਾਅਦ ਪਤਾ ਹੀ ਨਹੀਂ ਹੁੰਦਾ ਕਿ ਬੰਦਾ ਕਿਉਂ ਪੀ ਰਿਹਾ। ਇਹਦੇ ਉੱਪਰ ਟੂ ਮੱਚ ਡਰਿੰਕਿੰਗ, ਕਿਉਂਕਿ ਮੈਂ ਤੁਹਾਨੂੰ ਹੋਰ ਥੋੜ੍ਹੀ ਜਿਹੀ ਗੱਲ ਦੱਸਾਂਗਾ ਲੇਡੀ ਦੀ ਵਿਚ ਇਜ਼ ਟੂ ਫੈਕਟ ਹੈਗਾ ਉਹਦਾ। ਪਹਿਲਾਂ ਮੈਂ ਤੁਹਾਨੂੰ ਸਵਾਲ ਪੁੱਛਦਾ, ਟੂ ਮੱਚ ਡਰਿੰਕਿੰਗ ਇਹ ਬੋਡੀ ਅਤੇ ਮਾਈਂਡ ਨੂੰ ਕੀ ਕਰਦਾ ਹੈ? ਅਸੀਂ ਜਦੋਂ ਪਹਿਲੇ ਗੱਲ ਕਰ ਰਹੇ ਸੀ ਨਾ, ਬੋਡੀ ਮਾਈਂਡ ਤੇ ਹੋ ਗਿਆ ਨਾ, ਇਹਦੀ ਨਿਊਰਲ ਪਾਥਵੇ ਬਣ ਜਾਂਦਾ, ਐਡਿਕਸ਼ਨ ਬਣ ਜਾਂਦੀ ਇਹਦੀ। ਅਤੇ ਮਾਈਂਡ ਤਾਂ ਤੁਹਾਡੇ ਮਤਲਬ ਹੁਣ ਲਾਅ ਹੈਗਾ, ਤੁਸੀਂ ਸ਼ਰਾਬ ਦੇ ਇਨਫਲੂਐਂਸ ਵਿੱਚ ਗੱਡੀ ਨਹੀਂ ਚਲਾ ਸਕਦੇ। ਇਹ ਲਾਅ ਕਿਉਂ ਹੈਗਾ? ਬਈ ਮਾਈਂਡ 'ਤੇ ਕਲੀਅਰਲੀ ਇਨਫਲੂਐਂਸ ਪੈਂਦਾ ਤਾਂ ਉਹਨਾਂ ਨੇ ਲਾਅ ਬਣਾਇਆ ਕਿ ਲਾਅ ਦੇ ਅੰਡਰ ਗੱਡੀ ਨਹੀਂ ਚਲਾਉਣੀ। ਕਿਉਂਕਿ ਉਹ ਬੰਦੇ ਦੀ ਜਿਹੜੀ ਡਿਸੀਜਨ ਮੇਕਿੰਗ ਕੈਪੇਬਿਲਿਟੀ ਹੈ ਉਹ ਚਲੀ ਜਾਂਦੀ। ਫਿਰ ਜਿਹੜਾ ਬੋਡੀ 'ਤੇ ਅਸਰ ਪੈਂਦਾ ਹੈ, ਬੋਡੀ ਤੁਹਾਡੀ ਫੰਕਸ਼ਨ, ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀ, ਸਟ੍ਰੋਕ, ਬਲੱਡ ਪ੍ਰੈਸ਼ਰ ਵਗੈਰਾ, ਡਾਇਬਟੀਜ਼ ਵਗੈਰਾ, ਇਹ ਹਾਰਟ ਪ੍ਰੋਬਲਮਸ, ਕੈਂਸਰ ਕਈ ਤਰੀਕੇ ਦੇ, ਓਰਲ ਕੈਂਸਰ ਵਗੈਰਾ ਵਗੈਰਾ, ਕਿੰਨੇ ਤਰੀਕੇ ਦੇ ਕੈਂਸਰ ਹੋ ਜਾਂਦੇ ਨੇ ਇਹਦੇ ਨਾਲ। ਸੋ ਇਹ ਇੰਨੀ ਖਤਰਨਾਕ ਚੀਜ਼ ਹੈ, ਐਲਕੋਹਲ ਐਡਿਕਸ਼ਨ ਇੰਨੀ ਖਤਰਨਾਕ ਚੀਜ਼ ਹੈ ਕਿ ਇਹਨੂੰ ਨਾ ਮੋਨੀਟਰ ਕਰੋ ਤਾਂ ਇਹ ਘਰ ਬਰਬਾਦ ਕਰ ਸਕਦੀ ਹੈ,
ਤੁਹਾਡੀ ਸਿਹਤ ਬਰਬਾਦ ਕਰ ਸਕਦੀ ਹੈ। ਤੇ ਇਹਨੂੰ ਮੋਨੀਟਰ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਕਿ ਬੰਦੇ ਅਗਰ ਘਰ ਪੀਂਦੇ ਪਏ ਨੇ ਤੇ ਕਿੰਨੀ ਪੀਂਦੇ ਪਏ। ਭਾਜੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਾਂ, ਮਤਲਬ ਜਿਹੜੇ ਸਵਾਲ ਹੈਗੇ ਨਾ ਇਹ ਰਿਸਰਚ ਕੀਤੇ ਗਏ ਨੇ ਕਿ ਮੇਰੇ ਨਹੀਂ ਬਣਾਏ ਹੋਏ, ਥੀਸ ਆਰ ਸਮਥਿੰਗ ਵੈਬਸਾਈਟ ਤੋਂ ਪਿਕ ਕੀਤੇ ਨੇ। 79.8% ਡਿਊ ਲਿਵਰ ਫੇਲੀਅਰ ਦੇ ਨਾਲ, ਡਰਿੰਕ ਦੇ ਨਾਲ ਲੋਕਾਂ ਦੀ ਡੈਥ ਹੋਈ ਹੈ। ਇਟਸ 4-5 ਟਾਈਮਸ ਮੋਰ ਦੈਨ ਅਲਕੋਹਲ ਡਰਿੰਕਿੰਗ ਡੈਥ ਦੇ ਨਾਲ, liver disease ਦੇ ਨਾਲ। Of course, yeah. You know, this is such a high number. It's a very high number. ਤੇ That's a very scary number. ਹਾਂ, ਜਿਹੜਾ ਦੂਜਾ ਸਵਾਲ ਹੈ ਕਿ ਇਹ ਵੀ ਗੱਲ ਹੈਗੀ ਹੁਣ ਮੈਂ ਕਿਹਾ ਜਿੱਦਾਂ ਅਸੀਂ ਓਨਲੀ ਵੈਬਸਾਈਟ ਤੋਂ ਕੀਤੀ ਹੈ, ਅਮੰਗ ਦੀ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ ਪੰਜਾਬੀ ਕਿਉਂ ਟੌਪ ਤੇ ਆਉਂਦੇ ਨੇ ਡਰਿੰਕ ਦੇ ਵਿੱਚ? ਦੇ ਸੀਮ ਟੂ ਬੀ ਟੇਕਿੰਗ ਮੋਰ ਐਲਕੋਹਲ ਦੈਨ ਐਨੀ ਅਦਰ ਕਮਿਊਨਿਟੀ। ਪੰਜਾਬੀਆਂ ਦਾ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਨਾ ਕਿ ਜਿੱਦਾਂ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਨਾ ਕਿ ਜਿਹੜਾ ਮਰਦਾਨਗੀ ਕਹਿ ਲਓ ਇੱਕ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਨਾ ਮਰਦਾਨਗੀ ਦਾ ਇਸ਼ੂ ਹੋ ਜਾਂਦਾ ਕਿ ਤੂੰ ਪੀਂਦਾ ਨਹੀਂ ਤੇ ਤੂੰ ਮਤਲਬ ਆਦਮੀ ਨਹੀਂ, ਇਨਸਾਨ ਨਹੀਂ, ਤੂੰ ਠੀਕ ਤਰੀਕੇ ਦਾ ਬੰਦਾ ਨਹੀਂ, ਤੂੰ ਮਤਲਬ ਕਿੱਦਾਂ ਦਾ ਪੰਜਾਬੀ, ਤੂੰ ਪੀਂਦਾ ਨਹੀਂ। ਤੂੰ ਜਾਓਗੇ ਪੰਜਾਬੀਆਂ ਦੀ ਪਾਰਟੀ ਤੋਂ ਉੱਥੇ ਕਹਿ ਵੀ ਦਿੰਦੇ ਨੇ ਕਿ ਤੂੰ ਕਿੱਦਾਂ ਦਾ ਪੰਜਾਬੀ, ਤੂੰ ਸ਼ਰਾਬ ਨਹੀਂ ਪੀਂਦਾ। ਮੈਂ ਬਹੁਤ ਦਫਾ ਸੁਣੀ ਹੈ। ਅਗਰ ਇਹ ਤੁਹਾਡੀ ਨੌਲੇਜ ਵਿੱਚ ਹੈ, ਮੇਰੀ ਨੌਲੇਜ ਵਿੱਚ ਹੈ ਤਾਂ ਸੁਣੋ, ਸੋਚੋ ਕਿ ਦਰਸ਼ਕਾਂ ਦੀ ਨੌਲੇਜ ਕਿੰਨੀ ਹੋਣੀ। ਭਾਜੀ ਸਾਡੇ ਕਿੰਨਿਆਂ ਚ ਸਿੰਘਾਂ ਨੂੰ ਕਹਿੰਦੇ ਕਾਲਾ ਸਿੰਘ, ਉਹ ਕਹਿੰਦੇ ਤੂੰ ਕਿੱਦਾਂ ਦਾ ਕਾਲਾ ਸਿੰਘ ਹੈ ਯਾਰ, ਤੂੰ ਦਾਰੂ ਨਹੀਂ ਪੀਂਦਾ, ਬਿਕੋਜ਼ ਪੀਪਲ ਆਰ ਨੋਨ ਫॉर ਡਰਿੰਕਿੰਗ ਐਂਡ ਖਾਣਾ ਪੀਣਾ ਉਹਨਾਂ ਦਾ ਹੈ। ਤੁਸੀਂ ਸੋਚੋ ਉਹ ਮਰਦਾਨਗੀ ਦਾ ਲਿੰਕ ਬਣ ਗਿਆ ਨਾ ਉਹਦੇ ਨਾਲ, ਬਣ ਗਿਆ ਨਾ ਗੱਲ। ਤੇ ਫਿਰ ਬੰਦਾ ਆਦਮੀ ਕਿੱਦਾਂ ਬਣਦਾ ਹੈ, ਮਰਦਾਨਗੀ ਕਿੱਦਾਂ ਬਣਦੀ ਹੈ? ਉਹ ਜਦ ਤੱਕ ਸ਼ਰਾਬ ਪੀ ਕੇ ਦੱਸੇਗਾ ਕਿ ਨਹੀਂ ਕਿ ਮੈਂ ਆਦਮੀ ਹਾਂ, ਤੇ ਇਹ ਇਨਫਲੂਐਂਸ ਇੱਦਾਂ ਹੀ ਜਾਰੀ ਹੋ ਜਾਂਦਾ ਹੈ। ਇੱਕ ਚੀਜ਼ ਦੇਖੋ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਨਾ, ਤੁਸੀਂ ਨਹੀਂ ਪੀਂਦੇ ਨਾ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਜਾਏ, ਤੁਹਾਨੂੰ ਕਿੰਨਾ ਵੀ ਪੁੱਟ ਡਾਊਨ ਕੀਤਾ ਜਾਵੇ, ਤੁਹਾਨੂੰ ਇਹ ਵੀ ਕਹੇ ਤੂੰ ਮਰਦਾਨਗੀ ਨਹੀਂ ਹੈਗੇ ਤੁਹਾਡੇ ਵਿੱਚ, ਡਜ਼ਨਟ ਮੈਟਰ, ਬੀ ਪ੍ਰਾਊਡ ਵਾਟ ਯੂ ਆਰ ਐਂਡ ਸਟੈਂਡ। ਜਿੱਦਾਂ ਇੱਕ ਸਰਦਾਰ ਹੈਗਾ 1.25 ਲੱਖ ਦੇ ਵਿੱਚ ਕੱਲਾ ਦਿਖਾਈ ਦਿੰਦਾ ਹੈ, ਉਹ ਜਿੰਨੇ ਵੀ ਪਾਰਟੀ ਤੁਸੀਂ ਕੋਕ ਦਾ ਗਲਾਸ ਲੈ ਕੇ ਬੈਠੇ ਫੀਲ ਪ੍ਰਾਊਡ ਪਾਰਟੀ, ਕਿਉਂ ਤੁਸੀਂ ਕਿਉਂ ਸ਼ਰਮ ਕਿਉਂ ਫੀਲ ਕਰਦੇ ਹੋ? ਇਹ ਕਹਿਣਾ ਤਾਂ ਬੜੀ ਭਾਜੀ ਆਸਾਨ ਹੈ ਨਾ, ਕੀ ਕਰ ਨਹੀਂ ਸਕਦੇ, ਬੜਾ ਔਖਾ ਹੋ ਜਾਂਦਾ ਹੈ। ਪਰ ਇੱਕ ਗੱਲ ਜ਼ਰੂਰ ਹੈਗੀ ਹੈ, ਹਾਂਜੀ, ਮੈਂ ਤੁਹਾਨੂੰ ਫੈਕਟ ਦੱਸਦਾ ਹੈਗਾ ਕਿ ਜਿਹੜੇ ਦਾਰੂ ਪੀਂਦੇ ਸਾਰੇ ਇਕੱਠੇ ਹੋ ਕੇ ਗੱਲਾਂ ਮਾਰਨ ਲੱਗ ਜਾਂਦੇ, ਜਿਹੜੇ ਮੇਰੇ ਵਰਗਾ ਉਹ ਕੱਲਾ ਸਾਈਡ ਤੇ ਰਹਿ ਜਾਂਦਾ। ਸੱਚੀ ਗੱਲ ਹੈ, ਮੈਂ ਤੁਹਾਨੂੰ ਦੱਸਿਆ। ਬਿਲਕੁਲ ਠੀਕ, ਇਹ ਹੁੰਦਾ ਹੈ ਪਾਰਟੀਆਂ ਤੇ, ਕਿਉਂਕਿ ਸਾਰੇ ਜਿਹੜੇ ਕਲਚਰ ਇਕੱਠੇ ਹੋ ਜਾਂਦੇ ਨੇ, ਇੱਕ ਦੂਜੇ ਨੂੰ ਜੱਫੀਆਂ ਪਾਣ ਲੱਗ ਜਾਂਦੇ ਨੇ। ਪਰ ਜੱਫੀਆਂ ਪਾਣਾ, ਅੱਛਾ ਫਿਰ ਉਹ ਸ਼ਾਮੀ ਕਿਸੇ ਨੇ ਡਿਨਰ ਕੀਤਾ, ਉਹਦੇ ਘਰ ਚਲੇ ਗਏ, ਉਹ ਸਨੈਕਸ ਲੈ ਕੇ ਬਾਹਰ ਬਹਿ ਗਏ ਜਾਂ ਕਿਧਰੇ ਅੰਦਰ ਬਹਿ ਗਏ, ਉਹ ਸਨੈਕਸ ਦੇ ਨਾਲ ਫਿਰ ਡਰਿੰਕ ਚਾਲੂ ਹੋ ਗਈ। ਉਹ ਇਹਨਾਂ ਦਾ ਲਿੰਕ ਨਾ ਆਟੋਮੈਟਿਕ ਬਣਿਆ ਹੋਇਆ। ਗੁਰਪ੍ਰੀਤ ਜੀ ਸਵਾਲ ਬਹੁਤ ਹੈਗੇ, ਮੈਨੂੰ ਲੱਗਦਾ ਨਹੀਂ ਸਾਰੇ ਕੰਪਲੀਟ ਹੈ। ਮੈਂ ਥੋੜ੍ਹੇ ਇੰਪੋਰਟੈਂਟ ਪੁੱਛਦਾ ਵਿੱਚੋਂ ਡਿਗ ਆਊਟ ਕਰਕੇ, ਜਿਹੜਾ ਤੇ ਖੁਦ ਤੁਹਾਨੂੰ ਹਾਰਮ ਕਰਦਾ ਡਰਿੰਕ ਫੋਰ ਮੈਡੀਕਲੀ, ਲਿਵਰ ਵਗੈਰਾ ਹੋਰ ਚੀਜ਼ਾਂ, ਫੈਮਿਲੀ ਤੇ ਕੀ ਇੰਪੈਕਟ ਹੁੰਦਾ ਇਹਦਾ? ਦੇਖੋ ਜੀ, ਅਸਲੀ ਇੰਪੈਕਟ ਤਾਂ ਜਿਹੜਾ ਬੰਦਾ ਜਿਹੜਾ ਪੀਂਦਾ ਉਹਨੂੰ ਤਾਂ ਸ਼ਾਇਦ ਫਿਰ ਕੋਈ ਅੰਦਾਜ਼ਾ ਹੋਏ ਕਿ ਮੇਰੇ ਤੇ ਕੀ ਬੀਤ ਰਹੀ ਹੈ। ਇਹ ਘੱਟ ਵੱਧ ਹੀ ਅੰਦਾਜ਼ਾ ਹੁੰਦਾ ਹੈ ਕਿ ਸਾਡੀ ਫੈਮਿਲੀ ਤੇ ਕੀ ਬੀਤ ਰਹੀ ਹੈ। ਤੇ ਜਿਹੜਾ ਬੰਦਾ ਪੀਂਦਾ ਉਹਦੀ ਫੈਮਿਲੀ ਡਿਪਰੈਸ਼ਨ, ਐਂਗਜ਼ਾਇਟੀ, ਇਹ ਵਾਲੀਆਂ ਗੱਲਾਂ ਕਾਫੀ ਆ ਜਾਂਦੀਆਂ ਨੇ, ਉਹ ਫੈਮਿਲੀ ਤੇ ਕਾਫੀ ਇੰਪੈਕਟ ਹੁੰਦਾ ਹੈ। ਹਾਂ, ਜਿਹੜਾ ਬੰਦਾ ਪੀਂਦਾ ਪਿਆ ਉਹ ਅਗਰ ਸਿਰਫ ਪੀਂਦਾ ਤਾਂ ਵੀ ਗੱਲ ਹੈ, ਪਰ ਉਹ ਬੰਦਾ ਝਗੜਾ ਵੀ ਕਰਦਾ ਹੈ, ਗਾਲੀ ਗਲੋਚ ਵੀ ਹੋ ਜਾਂਦਾ ਹੈ। ਉਹ ਇਹ ਨਾ ਇਹਦਾ ਇੱਕ ਹੈ ਨਾ, ਇਹਨੂੰ ਦੀਮਕ ਕਹਿ ਲਓ ਇੱਕ ਤਰ੍ਹਾਂ ਦੀ, ਉਹ ਦੀਮਕ ਲੱਗ ਜਾਂਦੀ ਹੈ ਨਾ, ਉਹ ਵੁੱਡ ਦੇ ਵਿੱਚੋਂ ਜਿਹੜੇ ਜਿਹਨੂੰ ਕਹਿੰਦੇ ਨੇ ਵੁੱਡ ਵਰਮਸ ਕਹਿੰਦੇ ਨੇ, ਉਹ ਲੱਗ ਜਾਂਦੇ ਨੇ, ਤੇ ਉਹ ਅੰਦਰੋਂ ਖਾ ਜਾਂਦੇ ਨੇ, ਖਾ ਜਾਂਦੇ ਆ। ਤੇ ਐਲਕੋਹਲ ਐਡਿਕਸ਼ਨ ਇੱਕ ਐਸੀ ਚੀਜ਼ ਹੈ ਜਿਸ ਫੈਮਿਲੀ ਚਲੀ ਜਾਂਦੀ ਹੈ, ਉਸ ਫੈਮਿਲੀ ਦੇ ਵਿੱਚ ਇਹ ਦੀਮਕ ਲੱਗ ਜਾਂਦੀ। ਤੇ ਫੈਮਿਲੀ ਤੇ ਬੜਾ ਜਿੰਨੀ ਮਾਂ ਪਿਓ ਨੇ, ਭੈਣਾਂ ਭਰਾਵਾਂ ਨੇ, ਫੈਮਿਲੀ ਹੈ, ਬੱਚੇ ਨੇ, ਸਾਰਿਆਂ 'ਤੇ ਇੰਪੈਕਟ ਪੈਂਦਾ। ਅਤੇ ਹੁੰਦਾ ਕਿ ਇਹ ਐਲਕੋਹਲ ਇੱਕ ਤਰ੍ਹਾਂ ਤੇ ਕਹਿ ਲਓ ਝਿਜਕ ਖੁੱਲ੍ਹ ਜਾਂਦੀ ਹੈ ਨਾ ਬੰਦੇ ਦੀ, ਅਤੇ ਝਿਜਕ ਜਦੋਂ ਖੁੱਲ੍ਹ ਜਾਂਦੀ ਹੈ ਤਾਂ ਉਹ ਫਿਰ ਬੰਦਾ ਆਪਣੀ ਬਿਹੇਵੀਅਰ ਦੀ ਪਰਵਾਹ ਨਹੀਂ ਕਰਦਾ ਕਿ ਮੈਂ ਕਿਸ ਤਰ੍ਹਾਂ ਦਾ ਬਿਹੇਵੀਅਰ ਕਰ ਰਿਹਾ। ਅਤੇ ਉਹ ਫਿਰ ਬੱਚਿਆਂ 'ਤੇ ਤੁਸੀਂ ਸੋਚੋ ਕਿ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਬੰਦਾ ਪ੍ਰੈਡਿਕਟੇਬਲ, ਜਿਹੜਾ ਬੰਦਾ ਪੀਂਦਾ ਪਿਆ ਉਹ ਪ੍ਰੈਡਿਕਟੇਬਲ ਹੈ ਕਿ ਨਹੀਂ। ਅਤੇ ਉਹਦੇ ਆਲੇ ਦੁਆਲੇ ਜਿੰਨੇ ਬੰਦੇ ਨੇ ਫਿਰ ਸਾਰੇ ਸੋਚ ਕੇ ਉਹਦੇ ਨਾਲ ਗੱਲ ਕਰਦੇ ਨੇ ਵੀ ਮੈਂ ਇਹਦੇ ਨਾਲ ਕੀ ਗੱਲ ਕਰ ਰਿਹਾ, ਇਹਨੇ ਕਿੱਦਾਂ ਜਵਾਬ ਦੇਣਾ, ਗੁੱਸੇ ਨਾਲ ਬੋਲੇਗਾ, ਸ਼ਾਂਤੀ ਨਾਲ ਬੋਲੇਗਾ, ਫਿਰ ਬੰਦੇ ਉਹਦੀ ਐਂਗਜ਼ਾਇਟੀ ਵੱਧੇਗੀ ਨਹੀਂ, ਡਿਪਰੈਸ਼ਨ ਹੋਏਗੀ, ਤਾਂ ਹੋਰ ਕੀ ਹੋਏਗਾ। ਮੇਰੇ ਕੋਲ ਸਵਾਲ ਨਹੀਂ ਸੀਗਾ, ਤੁਹਾਡੇ ਗੱਲਾਂ 'ਚ ਮੇਰਾ ਸਵਾਲ ਨਿਕਲਿਆ ਇੱਕ ਹੁਣ। ਇਹ ਬੜੀ ਫਨੀ ਚੀਜ਼ ਹੈ ਅਲਕੋਹਲ ਪੀਣਾ, ਫਨੀ ਇਨ ਦ ਸੈਂਸ ਕਿਉਂਕਿ ਜੋ ਉਹਦੀ ਰਿਐਕਸ਼ਨ ਤੁਹਾਡੀ ਬੋਡੀ 'ਚ ਹੁੰਦੀ ਹੈ, ਇੱਕ ਹੁੰਦਾ ਬੰਦੇ ਬੜੇ ਸ਼ਾਂਤ ਹੋ ਜਾਂਦੇ ਨੇ, ਵੈਰੀ ਕੁਆਇਟ, ਇੱਕ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਬੋਲਣ ਲੱਗ ਜਾਂਦੇ ਨੇ, ਇੱਕ ਹੁੰਦਾ ਹਾਸਾ ਮਖੌਲ ਕਰਦੇ ਨੇ, ਇੱਕ ਹੁੰਦਾ ਲੜਾਈ ਝਗੜਾ ਕਰਦੇ ਨੇ। ਇਹ ਕਿੱਦਾਂ ਇਫੈਕਟ ਹੁੰਦਾ ਬੋਡੀ ਨੂੰ, ਵਾਟ ਡਜ਼ ਇਟ ਡੂ ਟੂ ਦਾ ਬੋਡੀ ਕਿ ਇਹ ਰਿਐਕਸ਼ਨ ਹੁੰਦੀ ਬੰਦੇ ਦੀ? ਉਹੀ ਹੈ ਨਾ ਕਿ ਬੰਦਾ ਪੀਂਦਾ ਕਿਉਂ ਹੈ। ਹੁਣ ਅਗਰ ਤੁਸੀਂ ਸੋਸ਼ਲੀ ਪੀਂਦੇ ਹੋ, ਹਸੀ ਮਜ਼ਾਕ ਵਾਸਤੇ ਪੀਂਦੇ ਹੋ, ਤੁਸੀਂ ਖੁਸ਼ ਹੋ ਕੇ ਪੀ ਰਹੇ ਹੋ, ਖੁਸ਼ ਹੋ ਕੇ ਪੀਂਦੇ ਹੋ, ਉਹ ਫਿਰ ਬੰਦਾ ਹਸੀ ਮਜ਼ਾਕ ਕਰਦਾ। ਅਤੇ ਜਿਹੜੇ ਬੰਦੇ ਤੇ ਉਹਦੇ ਪਤਾ ਨਹੀਂ, ਜਿਹੜਾ ਬੰਦਾ ਪੀਂਦਾ ਪਿਆ ਉਹਦੀ ਜ਼ਿੰਦਗੀ 'ਤੇ ਕੀ ਬੀਤੀ ਹੈ, ਤੁਹਾਨੂੰ ਕੀ ਪਤਾ ਅਤੇ ਮੈਨੂੰ ਕੀ ਪਤਾ। ਬਿਲਕੁਲ ਯਾਰ। ਅਤੇ ਹਾਂ, ਜਿਹੜੇ ਘਰ ਵਾਲੇ ਨੇ ਉਹਨਾਂ ਨੂੰ ਵੀ ਕਦੀ ਕਦੀ ਨਹੀਂ ਪਤਾ ਹੁੰਦਾ ਕਿ ਇਸ ਬੰਦੇ 'ਤੇ ਕੀ ਬੀਤੀ ਹੈ, ਅਤੇ ਉਹ ਪੀਂਦਾ ਕਿਉਂ ਹੈ। ਇਸ ਕਰਕੇ ਉਹਦਾ ਜਦੋਂ ਝਿਜਕ ਖੁੱਲ੍ਹ ਜਾਂਦੀ ਹੈ ਨਾ, ਅਤੇ ਫਿਰ ਉਹ ਇੰਪੈਕਟ ਹੁੰਦਾ।
ਹੁਣ ਤੁਸੀਂ ਸੋਚੋ ਕਿ ਤੁਹਾਨੂੰ ਮੈਂ ਇੱਕ ਨਾਲ ਹੋਰ ਗੱਲ ਦੱਸਾਂ, ਐਲਕੋਹਲ ਇਜ਼ ਅ ਡਿਪਰੈਸੈਂਟ, ਇਟਸ ਨਾਟ ਐਕਚੁਅਲੀ ਐਨ ਇੰਟੌਕਸੀਕੈਂਟ। ਉਹ ਹਾਂ ਜ਼ਰੂਰ ਹੈ ਕਿ ਇਮੀਡੀਏਟ ਫੈਕਟਰ ਉਹਦਾ ਹੈ ਕਿ ਉਹ ਤੁਹਾਨੂੰ ਇੰਟੌਕਸੀਕੇਟ ਕਰਦੇ, ਉਹ ਸ਼ਰਾਬ ਨਾਲ ਚੜ੍ਹ ਜਾਂਦੀ ਹੈ, ਪਰ ਉਹਦਾ ਜਿਹੜਾ ਲੌਂਗ ਟਰਮ ਇਫੈਕਟ ਹੈ ਉਹ ਡਿਪਰੈਸ਼ਨ ਹੈ। ਕਿਆ ਇਟਸ ਤੇ ਉਹਦੇ ਨਾਲ ਰਾਤੀ ਨੀਂਦ ਵੀ ਪੂਰੀ ਨਹੀਂ ਆਉਂਦੀ, ਨੀਂਦ ਵੀ ਤੁਹਾਡੀ ਖਰਾਬ ਹੋ ਜਾਂਦੀ। ਜਿਹੜਾ ਬੰਦਾ ਠੀਕ ਸੌਂਦਾ ਨਹੀਂ ਪਿਆ, ਜਿਸ ਬੰਦੇ ਨੂੰ ਡਿਪਰੈਸ਼ਨ ਚੱਲ ਰਹੀ ਹੈ, ਐਲਕੋਹਲ ਇੰਨੀ ਜ਼ਿਆਦਾ ਪੀਂਦਾ ਹੈ, ਉਸ 'ਤੇ ਨੈਗੇਟਿਵ ਇੰਪੈਕਟ ਨਹੀਂ ਹੋਏਗਾ, ਤੇ ਉਹਦਾ ਕੋਈ ਚੰਗਾ ਇੰਪੈਕਟ ਹੋਣਾ ਹੀ ਨਹੀਂ। ਵੈਰੀ ਕਲੈਵਰ, ਬਿਕੋਜ਼ ਆਮ ਸੋਚਣ ਚ ਆਇਆ, ਸੁਣਨ ਚ ਆਇਆ ਕਿ ਮੈਂ 2 ਡਰਿੰਕ ਪੀ ਕੇ ਮੈਨੂੰ ਬੜੀ ਚੰਗੀ ਨੀਂਦ ਆ ਜਾਏਗੀ ਰਾਤ ਨੂੰ। ਹਾਂ, ਉਹ 1-2 ਪੀਓ ਨਾ ਤੇ ਫਿਰ ਉੱਥੇ ਠੀਕ ਰਹਿੰਦਾ ਹੈ। ਪਰ ਮੈਂ ਲੌਂਗ ਟਰਮ ਇਫੈਕਟ ਦੀ ਗੱਲ ਕਰਦਾ ਪਿਆ। ਹਾਂ, ਤੁਸੀਂ ਜਿੰਨੇ ਵੀ ਬੰਦੇ ਪੀਂਦੇ ਨੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਨੀਂਦ ਪੂਰੀ ਆਉਂਦੀ ਰਾਤੀ, ਉਹਨਾਂ ਨੂੰ ਮੋਸਟ ਆਫ ਦੈਮ ਰਾਤੀ ਪੂਰੇ ਸੌਂਦੇ ਨਹੀਂ। ਤੁਸੀਂ ਹੁਣ ਸੋਚੋ ਬੋਡੀ ਦੇ ਦਿਮਾਗ ਤੇ ਬੋਡੀ ਤੇ ਕੀ ਅਸਰ ਪਏਗਾ ਅਗਰ ਬੰਦੇ ਨੂੰ ਪੂਰੀ ਰਾਤੀ ਨੀਂਦ ਨਹੀਂ ਆਉਂਦੀ। ਗੁਰਪ੍ਰੀਤ ਜੀ, ਮੇਰੇ ਪਾਸ ਕੁਐਸਚਨ ਬਹੁਤ ਹੈ, ਟਾਈਮ ਇੰਨੀ ਫਾਸਟ ਜਾ ਰਿਹਾ, ਆਈ ਕੈਨ ਟਾਕ 2 ਘੰਟੇ ਮੈਂ ਇਹਦੇ ਉੱਪਰ ਗੱਲ ਕਰ ਸਕਦਾ, ਬਿਕੋਜ਼ ਇਹ ਬੜੀ ਪ੍ਰੋਬਲਮ ਹੈਗੀ ਹੈ, ਜਿੱਦਾਂ ਅਸੀਂ ਕਿ ਨੋਟਿਵ ਵਿਦ ਏਸ਼ੀਅਨ ਕਮਿਊਨਿਟੀ ਦੇ ਨਾਲ ਆਪਣੇ ਪੰਜਾਬੀਆਂ 'ਚ ਬਹੁਤ ਹੈਗੀ ਹੈ। ਮੈਂ ਹੁਣ ਜਿਹੜੇ ਹੋਰ ਇੰਪੋਰਟੈਂਟ ਗੱਲਾਂ ਹੈਗੀਆਂ ਇਹਦੇ, ਇਜ਼ ਇਟ ਪੋਸੀਬਲ ਟੂ ਸਟਾਪ ਡਰਿੰਕਿੰਗ? ਅਗਰ ਜੇ ਸਟਾਪ ਕਰਨਾ ਤਾਂ ਕੀ ਕਰ ਸਕਦਾ ਬੰਦਾ? ਦੇਖੋ, ਇੱਕ ਤਾਂ ਜਿਹੜਾ ਮੇਨ ਪੁਆਇੰਟ ਹੈ ਨਾ ਕਿ ਅਗਰ ਤਾਂ ਬੰਦੇ ਨੂੰ ਨੌਲੇਜ ਹੈ ਨਾ ਕਿ ਮੈਂ ਜ਼ਿਆਦਾ ਪੀਂਦਾ ਪਿਆ, ਤੇ ਉਹ ਅਗਰ ਆਪਣੇ ਆਪ ਨੂੰ ਕੰਟਰੋਲ ਕਰ ਸਕਦਾ ਹੈ ਤਾਂ ਉਹ 1 ਡਰਿੰਕ 2 ਡਰਿੰਕ ਮਤਲਬ ਘਟਾਉਣਾ ਸ਼ੁਰੂ ਕਰ ਦੇ। ਮਤਲਬ ਹੋ ਸਕਦਾ ਹੈ 1 ਡਰਿੰਕ ਇੱਕ ਹਫ਼ਤੇ 1 ਡਰਿੰਕ ਘਟਾਓ, ਅਗਲੇ ਹਫ਼ਤੇ ਇੱਕ ਹੋਰ ਡਰਿੰਕ ਘਟਾਓ, ਉਸ ਤੋਂ ਅਗਲੇ ਹਫ਼ਤੇ ਹੋਰ ਡਰਿੰਕ ਘਟਾਓ। ਧੀਰੇ ਧੀਰੇ ਕਰਕੇ ਬੰਦਾ ਆਪਣੇ ਆਪ ਨੂੰ ਰੋਕ ਸਕਦਾ ਹੈ। ਹਾਂ, ਇਹ ਤਾਂ ਹੈ ਜੇ ਅਗਰ ਬੰਦੇ 'ਚ ਮੋਟੀਵੇਸ਼ਨ ਹੈ, ਨੌਲੇਜ ਹੈ, ਤੇ ਉਹ ਬੰਦਾ ਕਰ ਸਕਦਾ ਹੈ। ਤੇ ਅਗਰ ਉਸ 'ਚ ਮੋਟੀਵੇਸ਼ਨ ਹੈ ਨਹੀਂ ਹੈ ਤੇ ਉਹਨੂੰ ਪਤਾ ਹੀ ਨਹੀਂ ਉਸ 'ਤੇ ਕੀ ਬੀਤ ਕੀ ਰਹੀ ਹੈ, ਤੇ ਫਿਰ ਸੋਚਣਾ ਪੈਂਦਾ ਹੈ ਕਿ ਉਹਨੂੰ ਪਹਿਲੇ ਤਾਂ ਤੁਸੀਂ ਸੁਣਿਆ ਹੋਣਾ ਪੁਰਾਣੇ ਕਹਿੰਦੇ ਨੇ ਘੋੜੇ ਨੂੰ ਪਾਣੀ ਤੱਕ ਤਾਂ ਲੈ ਜਾਓਗੇ ਤਾਂ ਪੀਏਗਾ ਕੌਣ? ਪੀਣਾ ਤਾਂ ਖੀਰ ਘੋੜੇ ਨਹੀਂ ਹੈ। ਤੇ ਉਹ ਜਿਹਨੇ ਸ਼ਰਾਬ ਬੰਦ ਕਰਨੀ ਹੈ ਨਾ, ਕਰਨੀ ਤਾਂ ਖੀਰ ਉਹਨੂੰ ਹੀ ਪੈਣੀ ਹੈ ਨਾ। ਬਾਕੀ ਫੈਮਿਲੀ ਵਾਲੇ ਸਪੋਰਟ ਜਾਂ ਯਾਰ ਦੋਸਤ ਜਿੰਨਾ ਮਰਜ਼ੀ ਸਪੋਰਟ ਕਰਦੇ ਨੇ, ਪਰ ਪੀਣੀ ਤਾਂ ਰੋਕਣੀ ਤਾਂ ਉਹਨੂੰ ਹੀ ਪੈਣੀ। ਸੋ ਇਸ ਕਰਕੇ ਪਹਿਲਾਂ ਹੁੰਦਾ ਹੈ ਕਿ ਅਸੀਂ ਉਹਨੂੰ ਇਨਫੋਰਮੇਸ਼ਨ ਕਿੱਦਾਂ ਦਈਏ ਕਿ ਉਹ ਰੋਕੇਗਾ ਕਿੱਦਾਂ। ਉਹਨੂੰ ਇਨਫੋਰਮੇਸ਼ਨ ਦਈਏ ਵੀ ਤੂੰ ਜੋ ਪੀਂਦਾ ਪਿਆ, ਤੇਰੀ ਬੋਡੀ 'ਤੇ, ਤੇਰੇ ਦਿਮਾਗ 'ਤੇ, ਤੇਰੇ ਜਿਸਮ 'ਤੇ, ਤੇਰੀ ਫੈਮਿਲੀ ਦੇ ਵਿੱਚ ਕੀ ਪ੍ਰੋਬਲਮ ਚੱਲ ਰਹੀ ਹੈ, ਅਤੇ ਰੋਕ ਕੇ ਤੈਨੂੰ ਇਹਦਾ ਕੀ ਬੈਨੀਫਿਟ ਮਿਲੇਗਾ। ਸੋ ਪਹਿਲੇ ਤਾਂ ਉਹਨੂੰ ਇਨਫੋਰਮੇਸ਼ਨ ਦਿਓ, ਫਿਰ ਤਾਂ ਅੱਗੇ ਗੱਲ ਚੱਲ ਸਕਦੀ ਹੈ ਕਿ ਜਿਸ ਬੰਦੇ ਨੇ ਰੋਕਣੀ ਹੈ ਨਾ। ਹੁਣ ਕਈ ਮੇਰੇ ਕੋਲ ਬੰਦੇ ਆਉਂਦੇ ਨੇ, ਉਹ ਕਹਿੰਦੇ ਨੇ ਜੀ ਮੇਰਾ ਫਲਾਣਾ ਭਰਾ ਜਾਂ ਮੇਰਾ ਹਸਬੈਂਡ ਜਾਂ ਕੋਈ ਪੀਂਦਾ ਹੈ, ਅਤੇ ਮੈਂ ਉਹਨੂੰ ਕਿੱਦਾਂ ਰੋਕੀਏ? ਬਈ ਜਿਹੜਾ ਬੰਦਾ ਆ ਰਿਹਾ ਸਾਡੇ ਕੋਲ, ਅਸੀਂ ਉਹਦੇ ਨਾਲ ਤਾਂ ਕੰਮ ਕਰ ਸਕਦੇ ਹਾਂ, ਅਤੇ ਜਿਹੜਾ ਬੰਦਾ ਆ ਹੀ ਨਹੀਂ ਰਿਹਾ, ਜਿਹੜਾ ਕਹਿ ਹੀ ਨਹੀਂ ਰਿਹਾ ਕਿ ਮੈਨੂੰ ਪ੍ਰੋਬਲਮ ਹੈ, ਅਸੀਂ ਉਹਦੇ ਨਾਲ ਕਿੱਦਾਂ ਕੰਮ ਕਰੀਏ? ਬੜਾ ਪਤਾ ਕਿ ਟਾਈਮ ਬਹੁਤ ਤਕਰੀਬਨ 2 ਮਿੰਟ ਰਹਿੰਦੇ ਨੇ। ਮੇਰਾ ਹੋਰ ਵੀ ਇਹ ਵੀ ਇੱਕ ਸਵਾਲ ਹੈਗਾ, ਜੋ ਮਕਸਦ ਹੈਗਾ, ਜੇ ਅਗਰ ਪ੍ਰੋਬਲਮ ਹੈਗੀ, ਜਿੱਦਾਂ ਤੁਸੀਂ ਕਹਿ ਲਓ ਕਿ ਪਹਿਲਾਂ ਤਾਂ ਮੰਨਦਾ ਹੀ ਨਹੀਂ ਕਿ ਮੈਨੂੰ ਪ੍ਰੋਬਲਮ ਹੈਗੀ ਹੈ, ਅਗਰ ਕੋਈ ਤਿਆਰ ਹੋਵੇ, ਉਹ ਕਿੱਥੋਂ ਹੈਲਪ ਸਪੋਰਟ ਲੈ ਸਕਦੇ ਨੇ? ਔਰ ਮੈਂ ਚਾਹਾਂਗਾ ਨਾਲ ਦੀ ਨਾਲ ਵਿਦਿਨ 2 ਮਿੰਟਸ ਇਹਦਾ ਵੀ ਮੈਨੂੰ ਜਵਾਬ ਦਿਓ, ਸਪੋਰਟ ਦਾ ਵੀ, ਅਤੇ ਬਾਕੀ ਤੁਸੀਂ ਆਪਣੀ ਐਡਵਾਈਸ ਦੇਖੋ, ਕੈਮਰੇ ਵੱਲ ਦੇਖ ਕੇ ਦੱਸੋ ਕਿ ਕੀ ਐਡਵਾਈਸ ਦੇ ਸਕਦੇ ਹੋ ਲੋਕਾਂ ਨੂੰ, ਉਹਨਾਂ ਨੂੰ ਐਡਿਕਸ਼ਨ ਘੱਟ ਕਰਨ ਨੂੰ, ਵਟ ਐਵਰ ਐਡਵਾਈਸ ਯੂ ਕੈਨ ਗਿਵ। ਕੋਈ ਇੱਦਾਂ ਦਾ ਸਟਰੋਂਗ ਵਜੇ ਬੰਦੇ ਦੇ ਅੱਖਾਂ ਖੁੱਲ ਜਾਣ, ਯਾਰ ਠੀਕ ਹੈ, ਮੈਨੂੰ ਲੱਗਦਾ ਮੈਂ ਥੋੜ੍ਹਾ ਜਿਹਾ ਸੁਧਰ ਜਾਵਾਂ। ਦੇਖੋ, ਪਹਿਲੀ ਛੇਤੀ ਤਾਂ ਹੋਣਾ ਨਹੀਂ ਹੈ, ਪਰ ਕੋਸ਼ਿਸ਼ ਕਰ ਲੈਂਦੇ। ਪਹਿਲੀ ਗੱਲ, ਜਿੱਦਾਂ ਤੁਸੀਂ ਲੋਕਾਂ ਨੂੰ ਹੈਲਪ ਕਿੱਥੋਂ ਮਿਲ ਸਕਦੀ ਹੈ? ਪਹਿਲੀ ਗੱਲ ਤਾਂ UK ਦੇ ਵਿੱਚ ਤਾਂ ਘੱਟੋ ਘੱਟ ਪਹਿਲੇ ਆਪਣੇ ਡਾਕਟਰ ਨਾਲ ਗੱਲ ਕਰੋ, ਠੀਕ ਹੈ। ਫਿਰ ਆਪਣੇ ਕਾਉਂਸਲ ਤੋਂ ਸਰਵਿਸ ਮਿਲਦੀਆਂ, ਐਡਿਕਸ਼ਨ ਸਰਵਿਸਿਜ਼ ਅਵੇਲੇਬਲ ਨੇ, ਉੱਥੇ ਤੁਸੀਂ ਕਰ ਸਕਦੇ ਹੋ ਗੱਲਾਂ। ਨਾਲੇ ਕਾਉਂਸਲਿੰਗ ਤੁਹਾਨੂੰ ਮਿਲਦੀ ਹੈ, ਕਾਉਂਸਲਿੰਗ ਡਾਇਰੈਕਟਰੀ ਹੈਗੀਆਂ UK ਦੇ ਵਿੱਚ ਵੀ ਹੈਗੀਆਂ, ਬਾਕੀ ਬਾਹਰ ਵੀ ਹੈਗੀਆਂ। ਕਾਉਂਸਲਿੰਗ ਡਾਇਰੈਕਟਰੀ ਤੁਸੀਂ ਗੱਲ ਕਰ ਸਕਦੇ ਹੋ, ਉਹਦੇ ਨਾਲ ਬੰਦੇ ਨਾਲ ਸੰਪਰਕ ਕਰਕੇ ਤੁਸੀਂ ਥੋੜ੍ਹੀ ਆਪਣੀ ਐਡਿਕਸ਼ਨ 'ਤੇ ਕੰਮ ਕਰੋ, ਅਤੇ ਦੇਖੋ ਕਿ ਤੁਹਾਡੀ ਕੋਈ ਐਡਿਕਸ਼ਨ ਵਿੱਚ ਕੋਈ ਤਬਦੀਲੀ ਆਉਂਦੀ ਹੈ। ਜਿੱਥੇ ਤੱਕ ਐਡਵਾਈਸ ਦੀ ਗੱਲ ਰਹੀ, ਦੇਖੋ ਪੀਣਾ ਕਿਸ ਹੱਦ ਤੱਕ ਬੁਰਾ ਨਹੀਂ, ਪਰ ਹਾਂ, ਜਿੱਦਾਂ ਮੈਂ ਪਹਿਲੇ ਵੀ ਕਿਹਾ ਕਿ ਬਹੁਤਾ ਜ਼ਿਆਦਾ ਨਾ ਪੀਓ, ਇੰਨਾ ਜ਼ਿਆਦਾ ਨਾ ਪੀਓ ਕਿ ਤੁਹਾਨੂੰ ਹੋਸ਼ ਆਵਾਜ਼ ਨਾ ਰਹੇ। ਅਤੇ ਅਗਰ ਇਸ ਕਰਕੇ ਤੁਸੀਂ ਪੀ ਰਹੇ ਹੋ ਕਿ ਤੁਸੀਂ ਵਾਕਈ ਹੋਸ਼ ਗਵਾਉਣੀ ਹੈ, ਅਤੇ ਫਿਰ ਤੁਹਾਡਾ ਪੀਣ ਦਾ ਮਕਸਦ ਕੋਈ ਹੋਰ ਹੈ, ਅਤੇ ਜਦ ਤੱਕ ਤੁਸੀਂ ਉਸ ਮਕਸਦ ਨੂੰ ਨਹੀਂ ਕੰਮ ਕਰੋਗੇ, ਤਦ ਤੱਕ ਤੁਹਾਨੂੰ ਇਸ ਗੱਲ ਤੋਂ ਅੱਗੇ ਹੈਲਪ ਨਹੀਂ ਮਿਲ ਸਕਦੀ। ਕੀ ਬਾਤ ਹੈ, ਵੈਰੀ ਨਾਈਸ। ਅਤੇ ਫੈਮਿਲੀ ਸਪੋਰਟ ਜੀ ਜਿੱਥੇ ਗੱਲ ਰਹੀ, ਤੁਸੀਂ ਆਪਣੀ ਹਿੰਮਤ ਤੱਕ ਕੰਮ ਕਰ ਸਕਦੇ ਹੋ। ਅਗਲਾ ਬੰਦਾ ਅਗਰ ਨਹੀਂ ਸੁਣਨ ਨੂੰ ਤਿਆਰ, ਅਤੇ ਫਿਰ ਤੁਸੀਂ ਵੀ ਕਾਉਂਸਲਿੰਗ 'ਤੇ ਜਾ ਸਕਦੇ ਹੋ, ਤੁਸੀਂ ਵੀ ਆਪਣੇ ਵਾਸਤੇ ਹੈਲਪ ਲੈ ਸਕਦੇ ਹੋ ਕਿ ਮੈਂ ਇਸ ਬੰਦੇ ਨਾਲ ਕਿੱਦਾਂ ਕੰਮ ਕਰਾਂ। ਤੁਹਾਨੂੰ ਵੀ ਸਪੋਰਟ ਮਿਲ ਸਕਦੀ ਹੈ। ਐਡਿਕਸ਼ਨ ਸਰਵਿਸਿਜ਼ ਜਿੰਨੀਆਂ ਨੇ ਕੰਟਰੀ ਦੇ ਵਿੱਚ, ਉਹ ਸਾਰੀਆਂ ਫੈਮਿਲੀ ਨਾਲ ਵੀ ਕੰਮ ਕਰਦੀਆਂ। ਇਹ ਜ਼ਰੂਰੀ ਨਹੀਂ ਕਿ ਜਿਹਨੂੰ ਐਡਿਕਸ਼ਨ ਹੈ ਉਹੀ ਉਹ ਆਏ, ਫੈਮਿਲੀ ਵੀ ਆ ਸਕਦੀ ਹੈ, ਉਹਨਾਂ ਨੂੰ ਵੀ ਸਪੋਰਟ ਮਿਲ ਸਕਦੀ ਹੈ। ਭਾਜੀ, ਮੈਂ ਜ਼ਰਾ 1 ਮਿੰਟ ਰਹਿ ਗਿਆ। UK ਦੇ ਵਿੱਚ ਨਾ ਬਲੈਕਪੂਲ, ਸਦਰਲੈਂਡ ਐਂਡ ਮਿਡਲਸਬਰੋ ਆਰ ਦ ਹਾਈਐਸਟ ਡਰਿੰਕਿੰਗ ਪਾਪੂਲੇਸ਼ਨ ਇਨ UK ਦੇ ਵਿੱਚ। ਪਤਾ ਨਹੀਂ ਕੋਈ ਉੱਥੇ ਬਰੂਰੀਜ਼ ਹੈਗੇ, ਪਤਾ ਨਹੀਂ ਕੀ ਗੱਲ ਹੈਗੀ ਆ। ਇਟਸ ਮੋਰ ਦੈਨ ਈਵਨ ਦੀ ਆਇਰਿਸ਼ ਦੇ ਨਾਲੋਂ ਇਹ 3 ਜਗ੍ਹਾ 'ਚ ਜ਼ਿਆਦਾ ਡਰਿੰਕਿੰਗ ਹੈਗੇ ਆ ਸੋਸਾਇਟੀ। ਜਗ੍ਹਾ ਹਰ ਰੀਜਨਲ ਵੇਰੀਏਸ਼ਨ ਹਰ ਕੰਟਰੀ 'ਚ ਹੁੰਦੀਆਂ। ਹਰ ਕੰਟਰੀ ਦੇ ਵਿੱਚ ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਚਲੇ ਜਾਓ, ਰੀਜਨਲ ਵੇਰੀਏਸ਼ਨ ਔਰ ਰੀਜਨਲ ਦੇ ਇਨਫਲੂਐਂਸਸ ਹੁੰਦੇ ਆ ਉੱਥੇ, ਸੋਸ਼ਲ, ਪੋਲੀਟੀਕਲ,
ਤੇ ਹੋਰ ਇਕਨੋਮਿਕਲ ਦੇਖਣੇ ਪੈਂਦੇ ਆ ਕਿ ਫੈਕਟਰਸ ਕੀ ਹੈ, ਲੋਕੀ ਕਿਉਂ ਪੀਂਦੇ ਪਏ ਨੇ। ਮੈਂ ਜਦੋਂ ਤਾਂ ਪਹਿਲਾਂ ਗੱਲ ਕੀਤੀ ਨਾ, ਜਦ ਤੱਕ ਤੁਸੀਂ ਇਹ ਨਹੀਂ ਪਕੜੋਗੇ ਕਿ ਲੋਕੀ ਪੀਂਦੇ ਕਿਉਂ ਪਏ ਨੇ, ਬਹੁਤ ਇੰਪੋਰਟੈਂਟ, ਵੈਰੀ ਤਦ ਤੱਕ ਅਗਲਾ ਤੁਹਾਨੂੰ ਉਹਦਾ ਜਵਾਬ ਮਿਲਣਾ ਕੋਈ ਨਹੀਂ। ਉਹ ਬੜਾ ਐਕਚੁਅਲੀ ਅੱਜ ਦੇ ਸ਼ੋਅ 'ਚ ਥੋੜ੍ਹਾ ਜਿਹਾ ਸ਼ੋਅ ਜਿਹੜਾ ਵੀ ਅਸੀਂ ਅੱਧੇ ਘੰਟੇ ਤੇ ਕੀਤਾ, ਦਾ ਨਿਚੋੜ ਜਿਹੜਾ ਜੇ ਮੈਂ ਕੱਢਿਆ ਨਾ ਗੱਲਾਂ ਦਾ, ਜੋ ਵੀ ਅਸੀਂ ਕਰਦੇ ਰਹੇ ਹਾਂ, ਪਲੀਜ਼ ਅਗਰ ਤੁਹਾਨੂੰ ਕਿਸੇ ਨੂੰ ਵੀ ਤੁਸੀਂ ਦੇਖਦੇ ਹੋ ਫਰੈਂਡ ਜਾਂ ਦੋਸਤ ਫੈਮਿਲੀ ਦੇ ਵਿੱਚ ਕੋਈ ਪੀਂਦਾ ਨਾ, ਉਹਨੂੰ ਮਦਦ ਕਰੋ। ਫਾਈਂਡ ਆਊਟ ਵਾਈ ਹੀ ਇਜ਼ ਡਰਿੰਕਿੰਗ, ਇਨਸਟੈਡ ਆਫ ਉਹਨੂੰ ਕੰਡੈਮ ਕਰ ਦੇਣਾ ਕਿ ਇਹਨੂੰ ਤਾਂ ਛੱਡੋ, ਇਹਨੂੰ ਕਿਸੇ ਨੂੰ ਕੰਡੈਮ ਨਾ ਕਰੋ। ਕਿਸੇ ਨੂੰ ਇਹ ਜਿਹੜਾ ਨਾ, ਕਿਸੇ ਨੂੰ ਕਹਿਣਾ ਕਿ ਤੂੰ ਕਿਸੇ ਕੰਮ ਦਾ ਨਹੀਂ, ਕਿਉਂ ਪੀਂਦਾ ਪਿਆ, ਤੂੰ ਪੀਂਦਾ ਹੈ ਤੇ ਤੂੰ ਇਦਾਂ ਦਾ ਹੈ, ਤੂੰ ਉਦਾਂ ਦਾ। ਗੁਰਪ੍ਰੀਤ ਜੀ ਮੈਂ ਮਾਫੀ ਚਾਹਾਂਗਾ, टाइम इजाजत देना, फतेह बुलाइए, फिर नेक्स्ट वीक 2 वीक के बाद फिर मुलाकात होगी। तब तक रब रखा, वाहिगुरू जी का खालसा, वाहिगुरू जी की फतेह। बोले